ठीक है कि हीट इंजन उस डिवाइस में ਅਸੀਂ ਕਹਿੰਦੇ ਪਏ कल जो टॉपिक सेगा एक बार जस्ट थोड़ा रिकॉल करा रहे हैं कि a device which is used to convert heat energy into mechanical energy उस डिवाइस में ਅਸੀਂ नाम दे देना मैं कहना जी वो हीट इंजन रहेगा और किसी भी हीट इंजन ਦੇ ਅਸੀਂ डिफाइन ਕੀਤਾ ਸੀਗਾ तीन कंपोनेंट ਉਹਦੇ मिनिमम लेने हैं नंबर 1 ਉਹਦਾ सोर्स ऑफ हीट आ जाएगा नंबर 2 ਉਹਦਾ वर्किंग सबस्टेंस एंड नंबर 3 ਮੇਰੇ ਕੋਲ ਸੀਗਾ सिंक ऑफ हीट और ਅਸੀਂ डिफाइन ਕੀਤਾ ਸੀ ਜਿਹੜਾ सोर्स ऑफ हीट ਹੋਏਗਾ ਤੇ ਜਿਹੜਾ सिंक ऑफ हीट ਆ ਇਹਨਾਂ ਦੋਨਾਂ ਦੀ ਐਸ ਸੱਚ ਇਨਫਾਈਨਾਈਟ ਥਰਮਲ ਕੈਪੈਸਿਟੀ ਆ ਇਨਫਾਈਨਾਈਟ ਥਰਮਲ ਕੈਪੈਸਿਟੀ ਵਰਡ ਦਾ ਮਤਲਬ ਅਸੀਂ ਇਹ ਲਿੱਤਾ ਸੀਗਾ ਕਿ ਸੋਰਸ ਦੇ ਵਿੱਚੋਂ ਜਿੰਨੀ ਮਰਜ਼ੀ ਮੈਂ ਹੀਟ ਵਿਦਡਰਾ ਕਰੀ ਚੱਲਾਂ ਠੀਕ ਆ ਦੂਜੇ ਪਾਸੇ ਸਿੰਕ ਨੂੰ ਮੈਂ ਜਿੰਨੀ ਮਰਜ਼ੀ ਵੇਸਟ ਹੀਟ ਜਿਹੜੀ ਉਹ ਸਪਲਾਈ ਕਰਦਾ ਜਾਵਾਂ ਤੇ ਦੋਨਾਂ ਥਾਵਾਂ ਤੇ ਇਹਚੋਂ ਹੀਟ ਐਕਸਟ੍ਰੈਕਟ ਕਰਕੇ और इनू हीट सप्लाई करके ठीक है इन्हां दोनों दी एज सच टेंपरेचर वैल्यू ते कोई फर्क नहीं पैंदा ठीक है यानी इहदे विचों जे हीट विदड्रॉ भी करिए तां भी इहदा टेंपरेचर जिहड़ा ओह असीं मंनदे पे कि भी मेरे कोल कांस्टेंट बनिया रहेगा इनू जिन्नी मर्जी असीं हीट सप्लाई करी चलीए तां भी इहदा टेंपरेचर जिहड़ा वा ओह कांस्टेंट बनिया रहेगा और ये हमेशा हायर टेंपरेचर ते और ये हमेशा मेरे को लो टेंपरेचर ते मेनटेन क्या इन्नी गल क्लीयर आ Yes, sir. Yes, sir. Yes, sir. चल ਹੁਣ ਇਹਦੇ ਅਕੋਰਡਿੰਗਲੀ ਬੇਟਾ ਫਿਰ ਆਪਾਂ ਡਿਫਾਈਨ ਇਹ ਕਰ ਦਿੱਤਾ ਕਿ ਵੀ ਕਿਸੇ ਵੀ ਹੀਟ ਇੰਜਨ ਦੇ ਵਿੱਚ ਅਸੀਂ ਇਹ ਕਹਿੰਦੇ ਪਏ ਜਿੰਨੀ ਅਮਾਉਂਟ ਆਫ ਹੀਟ એનર્ਜੀ ਅਸੀਂ ਉਹਦੇ ਕੋਲੋਂ ਲੈ ਕੇ ਸੋਰਸ ਕੋਲੋਂ ਵਰਕਿੰਗ ਸਬਸਟੈਂਸ ਦੇ ਵਿੱਚ ਅਸੀਂ ਐਸਐਚ ਐਕਸਪੈਂਸ਼ਨ ਔਰ ਕੰਪਰੈਸ਼ਨ ਦਾ ਪ੍ਰੋਸੈਸ ਕੰਟੀਨਿਊ ਕਰਾਂਗੇ ਮਤਲਬ ਹੀਟ એનર્ਜੀ ਨੂੰ ਅਸੀਂ ਮਕੈਨੀਕਲ એનર્ਜੀ ਚ ਕਨਵਰਟ ਕਰਾਂਗੇ ਤੇ ਉਸ ਪ੍ਰੋਸੈਸ ਦੇ ਵਿੱਚ ਕੁਛ ਨਾ ਕੁਛ ਹੀਟ એનર્ਜੀ ਹਮੇਸ਼ਾ ਸਾਡੀ ਵੇਸਟ ਜ਼ਰੂਰ ਹੋਏਗੀ यानी सम ऑफ द हीट एनर्जी ऑलवेज गोज टू द कहना जी सराउंडिंग है ना कुछ हीट एनर्जी हमेशा सिंक ਨੂੰ ਜਾਣੀ ਹੈ ਇਹਦਾ ਮਤਲਬ ਹੋ ਗਿਆ ਕਿ ਡਿਵਾਈਸ 100% ਐਫੀਸ਼ੀਐਂਟ ਨਹੀਂ ਹੋਏਗਾ ਇੰਨੀ ਗੱਲ ਕਲੀਅਰ ਆ Yes, sir. ਚਲ Yes, sir. ਇਸ ਦੇ ਬਿਹਾਫ ਦੇ ਉੱਤੇ ਕਿ ਬੇਸਿਕ ਨੇ ਡਿਵਾਈਸ 100% ਐਫੀਸ਼ੀਐਂਟ ਨਹੀਂ ਰਹਿੰਦਾ ਠੀਕ ਹੈ ਇਹਦੇ ਅਸੀਂ ਡਿਫਾਈਨ ਕਰਦੇ ਮਕੈਨੀਕਲ ਵਰਕ ਕਿੰਨਾ ਹੋਇਆ और ਉਹਦੇ ਕੋਰਸਪੋਂਡਿੰਗ ਸੋਰਸ ਦੇ ਕੋਲੋਂ ਅਸੀਂ એનર્ਜੀ ਕਿੰਨੀ ਲਿੱਤੀ ਤੇ ਅਸੀਂ ਇੱਥੇ ਡਿਫਾਈਨ ਕਰਦੇ ਪਏ Q1 is the amount of heat energy which is taken from the source and out of Q1 Q2 energy is wasted and goes to the surrounding ठीक है it means the difference of the two energy that should be equal to mechanical work done कहना जी on the gas ਇਹਦਾ ਮਤਲਬ ਤੁਹਾਡੇ ਵਰਕਿੰਗ ਸਬਸਟੈਂਸ ਨੇ ਜਿਹੜੀ ਮਕੈਨੀਕਲ એનર્ਜੀ ਯੂਟਿਲਾਈਜ਼ ਕੀਤੀ ਆ ਉਹ ਮੇਰੀ Q1 Q2 ਔਰ ਗੱਲ ਇੱਕ ਫਿਰ ਉਹੀ ਲੱਗੇਗੀ ਅਸੀਂ ਫਸਟ ਲਾ ਯੂਜ਼ ਕਰਨਾ ਤੇ ਆਪਾਂ ਇੱਥੇ ਜੇ ਡਿਫਾਈਨ ਕਰੀਏ we know that according to first law of the thermodynamics first law of thermodynamics ਦੇ ਅਕੋਰਡਿੰਗਲੀ ਜੇ ਆਪਾਂ ਇਹਨੂੰ ਡਿਫਾਈਨ ਕਰੀਏ अपने को सीखा बेटा dq equal to du plus dw ठीक है इतने ਅਸੀਂ डिफाइन करते पे कि भी ਜਿਹੜਾ ਤੁਹਾਡਾ du ਆ which is to be called as the change in internal energy ਅਸੀਂ ਕਹਿੰਦੇ ਜੀ as such ਕੋਈ ਵੀ ਹੀਟ ਇੰਜਨ ਹਮੇਸ਼ਾ ਸਾਈਕਲਿਕ ਮੈਨਰ ਚ ਕੰਮ ਕਰਦਾ ਸਾਈਕਲਿਕ ਮੈਨਰ ਦਾ ਮਤਲਬ ਦੱਸਿਆ ਸੀ ਜਿੰਨੀ ਗੈਸ ਦੀ ਐਕਸਪੈਂਸ਼ਨ ਕਰਕੇ ਮੁੜ ਕੇ ਉਨੀ ਕੰਪਰੈਸ਼ਨ ਕਰ ਲਵਾਂ ਮਤਲਬ ਸਿਸਟਮ ਆਪਣੀ ਇਨੀਸ਼ੀਅਲ ਸਟੇਟ ਦੁਬਾਰਾ ਅਚੀਵ ਕਰੇ ਤੇ ਜਦੋਂ ਸਿਸਟਮ ਆਪਣੀ ਫਾਈਨਲ ਔਰ ਇਨੀਸ਼ੀਅਲ ਸਟੇਟ ਜਿਹੜੀ ਆ ਉਹ ਸੇਮ ਅਚੀਵ ਕਰਦਾ ਅਸੀਂ ਕਹਿੰਦੇ ਜੀ ਉਹ ਪ੍ਰੋਸੈਸ ਸਾਈਕਲਿਕ ਪ੍ਰੋਸੈਸ ਆ ਔਰ ਸਾਈਕਲਿਕ ਪ੍ਰੋਸੈਸ ਦੇ ਅੰਦਰ ਚੇਂਜ ਇਨ ਇੰਟਰਨਲ એનર્ਜੀ ਹਮੇਸ਼ਾ ਜ਼ੀਰੋ ਆ ਇਹਦਾ ਮਤਲਬ ਇਹਨੂੰ ਇੱਥੇ ਲਿਖੀਏ ਤਾਂ ਆਪਾਂ ਇਦਾਂ ਕਹਿ ਦਾਂਗੇ ਐਜ਼ ਅ ਹੀਟ ਇੰਜਨ always work in cyclic manner therefore change in internal energy always equal to 0 और dq ਇੱਥੇ ਮੇਰੇ ਕੋਲ ਜਿਹੜੀ change in heat energy ਹੈ q1 source ਤੋਂ ਲਿੱਤੀ ਸੀਗੀ और q1 ਤੁਹਾਡੇ ਕੋਲ ਉਹਦੇ ਚੋਂ waste ਆ ਇਹਦਾ ਮਤਲਬ ਜੇ ਇੱਥੇ dq ਨੂੰ ਡਿਫਾਈਨ ਕਰ ਲਓ ਤੇ ਉਹਦੀ ਵੈਲਿਊ q1 q2 ਆ ਜਾਊ जे dw कंसीडर करिए ते वो मेरा टोटल मैकेनिकल वर्क हो गया जेड़ा हीट एनर्जी मैकेनिकल च कन्वर्ट होएगा
सो dww dq ਦੀ ਵੈਲਿਊ q1 q2 ਤੇ du ਦੀ ਵੈਲਿਊ 0 ਜੇ ਇਹ ਫਸਟ ਲੌ ਚ ਪੁੱਟ ਅਪ ਕਰਕੇ ਚਲੀਏ ਤੇ ਆਪਣੇ ਕੋਲ ਰਿਜ਼ਲਟ ਆ ਜਾਏਗਾ q1 q2 w यानी इन्ना ਤੁਹਾਡਾ सिस्टम ਦੇ अंदर मैकेनिकल वर्क होएगा ठीक है और इन्ना मैकेनिकल वर्क ਕਰਨ ਵਾਸਤੇ ਅਸੀਂ सोर्स ਦੇ ਕੋਲੋਂ q1 हीट एनर्जी लेती यानी आ मेरी एक तरह इनपुट एनर्जी आ ये मेरी इनपुट हीट एनर्जी आ और आ मेरे को मेरा मैकेनिकल आउटपुट वर्क डालना क्या दोनों वर्ड समझ आए Yes, sir. Yes. Yes, sir. Yes, sir. ਦੇ ਬਿਹਾਫ ਤੇ ਬੇਟਾ ਫਿਰ ਅਸੀਂ ਐਫੀਸ਼ੀਐਂਸੀ ਆਫ ਅ ਹੀਟ ਇੰਜਨ ਡਿਫਾਈਨ ਕਰਦੇ ਹਾਂ ਇਹ ਜੇ ਨੈਕਸਟ ਲਾਈਨ ਚ ਲਿਖੀਏ ਤੇ ਆਪਣੇ ਕੋ ਟਰਮ ਆ ਜਾਣੀ ਐਫੀਸ਼ੀਐਂਸੀ ਆਫ a heat engine ਤੇ ਐਫੀਸ਼ੀਐਂਸੀ ਹਮੇਸ਼ਾ ਸੀ ਈਟਾ ਨਾਲ ਡਿਫਾਈਨ ਕਰਦੇ ਹਾਂ ਐਂਡ ਇਟ ਇਜ਼ ਦ ਰੇਸ਼ੀਓ ਆਫ ਆਉਟਪੁੱਟ ਮਕੈਨੀਕਲ ਵਰਕ ਡਨ ਟੂ ਦੈਟ ਆਫ ਦ ਇਨਪੁੱਟ ਹੀਟ એનર્ਜੀ ਸਪਲਾਈ ਤੇ ਮਤਲਬ ਜਿਹੜਾ ਤੁਹਾਡਾ ਆਉਟਪੁੱਟ ਆਈ ਆ ਉਹ ਮਕੈਨੀਕਲ ਵਰਕ ਦੀ ਫਾਰਮ ਚ ਆ ਠੀਕ ਹੈ ਜਿਹੜੀ ਆਉਟਪੁੱਟ ਆਈ ਆ ਉਹ ਮਕੈਨੀਕਲ ਵਰਕ ਦੀ ਫਾਰਮ ਚ ਔਰ ਜਿਹੜੀ ਇਨਪੁੱਟ ਆ ਤੁਹਾਡੀ ਹੀਟ એનર્ਜੀ Q1 ਆ ਇਹਦਾ ਮਤਲਬ ਇਸ ਥਾਂ ਤੇ ਆਪਣੇ ਕੋਲ SH W/Q1 into 100% ਆ ਮੇਰੀ SH ਹੀਟ ਇੰਜਨ ਦੀ ਐਫੀਸ਼ੀਐਂਸੀ ਆ ਜੂ ਔਰ ਮਕੈਨੀਕਲ ਵਰਕ ਦੀ ਵੈਲਿਊ ਆਪਣੇ ਕੋਲ ਬਣੀ ਹੈ ਬੇਟਾ ਕੋਈ ਤੇ ਪੁੱਟ ਅਪ ਕਰ ਲਓ ਇਹ ਮਤਲਬ ਆਪਣਾ ਫਾਰਮੂਲਾ ਆ ਜਾਏਗਾ Q1 - Q2 over Q1 into 100% ठीक है therefore अपने को इतने डिफाइन करिए तो eta आ जाएगा 1 minus Q2 by Q1 into 100% यानी आ मेरे को ऐसा हीट इंजन दी एफिशिएंसी डिफाइन हो रही है और ਇਹਦੇ ਰਿਲੇਸ਼ਨ ਤੋਂ ਅਸੀਂ ਡਿਫਾਈਨ ਕਰੀਏ ਕਿ ਵੀ ਐਫੀਸ਼ੀਐਂਸੀ ਆਫ ਅ ਹੀਟ ਇੰਜਨ ਇਟ ਨੈਵਰ ਬਿਕਮ ਟੂ ਬੀ 100% कभी भी एफिशिएंसी 100% नहीं आनी क्योंकि 100% कराने वास्ते कंडीशन की है आइदर Q2 0 होवे क्योंकि 0 बाय समथिंग 0 हो सकता और Q1 मेरा इनफाइनाइट हो ठीक है मैं फिर रिपीट कर रहा एफिशिएंसी नु आपा 1 into 100% करने वास्ते दो कंडीशन बनदियां या तो मेरा Q2 0 ਦਾ मतलब है कि no one heat energy that should be wasted ਤੁਹਾਡੀ ਸਿੰਕ ਨੂੰ ਯਾਨੀ ਸਰਾਊਂਡਿੰਗ ਨੂੰ ਕੋਈ ਹੀਟ એનર્ਜੀ ਜਾਏਗੀ ਨਹੀਂ ਕਹਿੰਦਾ ਜੀ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਠੀਕ ਹੈ ਹਮੇਸ਼ਾ ਤੁਹਾਡੇ ਕੋਲ ਐਸਐਚ ਡਿਵਾਈਸ ਨੇ ਆਪਣੀ ਕੁਝ ਨਾ ਕੁਝ ਹੀਟ એનર્ਜੀ ਜਿਹੜੀ ਆ ਉਹ ਸਰਾਊਂਡਿੰਗ ਨੂੰ ਵੇਸਟ ਕਰਨੀ ਆ ਠੀਕ ਹੈ ਤੇ ਦੂਜੇ ਪਾਸੇ Q1 ਇਨਫਾਈਨਾਈਟ ਹੋਵੇ ਤੇ ਇਹ ਵੀ ਪੋਸੀਬਲ ਨਹੀਂ ਕਿ ਅਸੀਂ ਸੋਰਸ ਦੇ ਕੋਲੋਂ ਜਿੰਨੀ ਮਰਜ਼ੀ ਹੀਟ એનર્ਜੀ ਵਿਦਡਰਾ ਕਰੀ ਚਲੀਏ ਤੇ ਉਹਦੀ ਹੀਟ ਕੰਟੈਂਟ ਘਟਦਾ ਹੀ ਨਹੀਂ ठीक है ਇਹਦਾ मतलब है कि सोर्स दी हीट एनर्जी इनफाइनाइट पॉसिबल नहीं और सिंक दी हीट एनर्जी जीरो पॉसिबल ਇਹਦਾ मतलब ਜੇ ਤੇ लेके चलिए ਤੇ ਆਪਾਂ कंडीशन आ कह रहे as Q2 never equal to 0 as Q2 never equal to 0 और Q1 never equal to infinity ਤੇ ਜੇ ਇਹ ਦੋਨੋਂ ਕੰਡੀਸ਼ਨਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀਆਂ ਤੇ therefore efficiency of a heat engine it never become to be 100% एमल हीट इंजन कभी भी साडा 100% एफिशिएंट नहीं हो सकता हमेशा ओदे विचों कुछ हीट एनर्जी जिहड़ी आ है ना वो वेस्ट होनी आ 100% मैकेनिकल एनर्जी च उन्हें कन्वर्ट नहीं होना क्या आ कंडीशन क्लियर आ Yes, sir. Yes, sir. Yes, sir. बेटे हीट इंजन Yes, sir. सारियां नूं समय लगदा पिया Yes, sir. Yes, sir. Yes, sir. एक मारो जे लग रहा कि कोई डाउट आ तो जल्दी जल्दी बोलूंगे हाँ जी नेक्स्ट टॉपिक है बेटा अपने को एसएच ਇਹਦੇ ਹੀ ਰਿਵਰਸ ਟੌਪਿਕ बनना और उसे नाम देते हैं प्रिंसिपल ऑफ रेफ्रिजरेटर और ਇਹਦਾ ਦੂਜਾ ਨਾਮ ਲਿਖ ਰਹੇ ਹਾਂ दैट्स कॉल्ड एज द हीट पंप प्रिंसिपल ऑफ रेफ्रिजरेटर ਇਹਦੇ ਨਾਲ ਇੱਕ ਕੁਐਸਚਨ ਨਾਲ ਗੱਲ ਸ਼ੁਰੂ ਕਰਦਾ ਕੁਐਸਚਨ ਇਹ ਰਹੇਗਾ when we open the door of the refrigerator ठीक है can we cool down the room
ਤੁਸੀਂ ਫ੍ਰਿਜ ਦਾ ਬੂਹਾ ਖੋਲ ਦਿਓ ਕਮਰੇ ਦੇ ਵਿੱਚ, नो सर। ਕਿਆ ਕਮਰਾ ਮੇਰਾ ਜਿਹੜਾ ਉਹ ਠੰਡਾ ਹੋ ਜੂ? नो सर। ਨਹੀਂ ਹੋ? टाइम लगूगा। ਚਲੋ ਟਾਈਮ ਲੱਗ ਜਾਵੇ, ਕੋਈ ਨਹੀਂ, ਹੋ ਤਾਂ ਜਾਊਗਾ ਹੀ। सर मिनिमल चेंज आऊगा। ਉਹ ਆਪਾਂ ਕਹਿੰਦੇ ਚਲੋ ਨਿੱਕਾ ਜਿਹਾ ਕਮਰਾ ਹੀ ਆ, ਜਿੱਡਾ ਕਿ ਫ੍ਰਿਜ ਹੈਗਾ ਉਸ ਤੋਂ ਥੋੜਾ ਜਿਹਾ ਵੱਡਾ ਕਮਰਾ ਬਸ हो जाऊगा फिर। ਹੋ ਜਾਊਗਾ ਫਿਰ। Yes. ਅੱਛਾ ਚਲੋ ਇੱਕ ਕੁਐਸਚਨ ਹੋਰ, ਕੈਨ ਵੀ ਬੋਇਲ ਦਾ ਵਾਟਰ ਵਿਦਆਊਟ ਸਪਲਾਈਂਗ ਹੀਟ એનર્ਜੀ? No, sir. No. ਹਾਂਜੀ नो सर। No, sir. No, sir. ਪਰ ਇੱਕ ਚੀਜ਼ ਤਾਂ ਸੋਚੋਗੇ ਨਾ, ਜੇ ਕੁਐਸਚਨ ਪੁੱਛੇ ਆ ਕੋਈ ਕਾਰਨ ਤਾਂ ਹੋਏਗਾ ਹੀ ਕਿ ਨਹੀਂ ਹੋਏਗਾ? प्रेशर चेंज ना। यस। ਬਿਲਕੁਲ ਪ੍ਰੈਸ਼ਰ ਚੇਂਜ ਨਾ। ਜੇ ਤੁਸੀਂ ਕਿਸੇ ਕੰਟੇਨਰ ਦੇ ਅੰਦਰ ਐਡੀਆਬੈਟਿਕ ਕੰਪਰੈਸ਼ਨ ਕਰ ਦਿਓ, ਐਡੀਆਬੈਟਿਕ ਕੀ ਸੀਗਾ? ਜਿਹਦੇ ਵਿੱਚ ਹੀਟ એનર્ਜੀ ਜਿਹੜੀ ਸਰਾਊਂਡਿੰਗ ਨੂੰ ਐਕਸਚੇਂਜ ਨਹੀਂ ਹੁੰਦੀ। ਜੇ ਮੈਂ ਇੱਕ ਕੰਟੇਨਰ ਦੇ ਅੰਦਰ ਕਹਿੰਦਾ ਜੀ ਐਸਐਚ ਐਡੀਆਬੈਟਿਕ ਕੰਪਰੈਸ਼ਨ ਕਰਾਂ, ਤੇ ਜਦੋਂ ਕੰਪਰੈਸ਼ਨ ਕਰਾਂਗਾ ਅੰਦਰ ਕੀ ਹੋਣਾ ਸ਼ੁਰੂ ਹੋ ਜੂ? Heat increase कर जूगी. ਪ੍ਰੈਸ਼ਰ ਵਧੂਗਾ। सर पर प्रेशर Yes, बदलना sir. हीट भी तो होगी। ਹਾਂਜੀ ਪ੍ਰੈਸ਼ਰ ਵਧਿਆ, ਟੈਂਪਰੇਚਰ ਵਧਿਆ, ਤੇ ਇਹਦਾ ਮਤਲਬ ਹੈ ਇਸ ਦੀ ਹੀਟ એનર્ਜੀ ਜਿਹੜੀ ਆ ਉਹ ਆ ਵਰਕ ਡਨ ਤੋਂ ਮਿਲੀ, ਸਰਾਊਂਡਿੰਗ ਨੇ ਤਾਂ ਨਹੀਂ ਦਿੱਤੀ। ओके सर। ਐਡੀਆਬੈਟਿਕ ਇਹਨੂੰ ਕਹਿੰਦੇ ਜਿਹਦੇ ਚ ਸਿਸਟਮ ਸਰਾਊਂਡਿੰਗ ਦੇ ਨਾਲ ਹੀਟ ਐਕਸਚੇਂਜ ਨਹੀਂ ਕਰਦਾ। ਇਹ ਮਤਲਬ ਜਦੋਂ ਤੁਸੀਂ ਇਹਨੂੰ ਐਡੀਆਬੈਟਿਕਲੀ ਕੰਪਰੈਸ ਕਰੋਗੇ ਤੇ ਜਿਹੜੀ ਹੀਟ ਸਿਸਟਮ ਦੇ ਅੰਦਰ ਆ ਉਹ ਵਰਕ ਡਨ ਜਿਹੜਾ ਮੈਂ ਕਰਦਾ ਪਿਆ ਉਹ ਹੀਟ એનર્ਜੀ ਬਣ ਕੇ ਵਿਦਨ ਦਾ ਸਿਸਟਮ ਹੀ ਰਹਿ ਜੂ। यस सर। ਤੇ ਜੇ ਉਹ ਹੀਟ એનર્ਜੀ ਵਿਦਨ ਦਾ ਸਿਸਟਮ ਰਹਿੰਦੀ ਪਈ ਆ ਤੇ ਉਸ ਹੀਟ એનર્ਜੀ ਦੇ ਕਰਕੇ ਇਹ ਜਿਹੜਾ ਅੰਦਰ ਕੰਟੈਂਟ ਹੋਏਗਾ ਉਹਦਾ ਟੈਂਪਰੇਚਰ ਅੱਗੇ ਨਾਲੋਂ ਵਧਣਾ ਸ਼ੁਰੂ ਹੋ ਜੂ। यस सर। ਕੋਈ ਬਾਕੀ ਹੈਗੇ ਆ ਕਿ ਨਹੀਂ ਹੈਗੇ? Yes, sir. Yes, sir. Yes, sir. Yes, sir. ਵਿੱਚ ਵਿੱਚ ਬੋਲ ਪਿਆ ਕਰੋ, Yes, sir. ਤੁਹਾਨੂੰ ਪਤਾ ਲੱਗੇ ਹੈਗੇ ਹੋ, ਸੁੱਤੇ ਨਹੀਂ। ਠੀਕ ਹੈ ਜੀ। ਸੋ ਪਹਿਲਾ ਕੁਐਸਚਨ ਤੇ ਇਹ ਹੋ ਗਿਆ ਕਿ ਕੈਨ ਵੀ ਬੋਇਲ ਦਾ ਵਾਟਰ, ਠੀਕ ਹੈ, ਵਿਦਆਊਟ ਹੀਟਿੰਗ, ਤੇ ਯੈਸ ਕਹਿੰਦਾ ਜੀ ਜਦੋਂ ਅਸੀਂ ਕਿਸੇ ਵੀ ਮੂਵਮੈਂਟ ਤੇ ਉਹਦੀ ਐਡੀਆਬੈਟਿਕ ਕੰਪਰੈਸ਼ਨ ਕਰਾਂਗੇ। ਸੈਕਿੰਡ ਕੁਐਸਚਨ ਆਪਾਂ ਇਹ ਪੁੱਛਿਆ ਬੇਟਾ ਕਿ ਵੀ ਐਸ ਚ ਕਿਆ ਤੁਸੀਂ ਫ੍ਰਿਜ ਦਾ ਬੂਹਾ ਖੋਲ ਦਿਓ ਕਮਰੇ 'ਚ ਤੇ ਕਿਆ ਕਮਰਾ ਠੰਡਾ ਹੋ ਜੂ? ਤੇ ਇਹਦਾ ਸਹੀ ਆਨਸਰ ਤਾਂ ਇਹ ਹੈਗਾ ਜੀ ਕਿ ਵੀ ਕਮਰਾ ਠੰਡਾ ਨਹੀਂ ਹੋਏਗਾ ਬੇਟਾ, ਉਹਦੇ ਅਗੇਂਸਟ ਸਗੋਂ ਕਮਰਾ ਜ਼ਿਆਦਾ ਗਰਮ ਹੋਏਗਾ। ਕਹਿੰਦਾ ਵੀ ਉਹ ਕਿਹੜੇ ਵੇ ਨਾ ਆਪਾਂ ਨੂੰ ਐਕਸਪਲੇਨ ਕਰਨਾ ਵਾ। ਸੈਕਿੰਡ ਆਪਾਂ ਕਹਿੰਦੇ ਕਿ ਵੀ ਜਿਹੜਾ ਏਸੀ ਲਾਉਂਦੇ ਅਸੀਂ ਘਰਾਂ ਦੇ ਅੰਦਰ ਹਨਾ, ਏਸੀ ਕਮਰਾ ਠੰਡਾ ਕਿੱਦਾਂ ਕਰਦਾ? ਕੌਣ ਦੱਸੇਗਾ? सर बाहरों हवा लैके ਉਹਨੂੰ ਕੂਲ ਕਰਕੇ ਅੰਦਰ ਭੇਜਦਾ। ਠੀਕ ਹੈ ਜੀ। ਹੋਰ ਕਿਸੇ ਨੂੰ ਕੁਝ ਲੱਗਦਾ ਹੋਵੇ? ਹਰਸ਼ਲ, ਸਚਲੀਨ, ਇੰਦਰ? ਸਰ ਉਹ ਕੰਡੈਂਸਰ ਹੁੰਦਾ। ਉੱਚੀ ਬੋਲੂਗੇ? ਸਰ ਕੰਡੈਂਸਰ ਹੁੰਦਾ। ਹਾਂਜੀ ਕੰਡੈਂਸਰਸ ਯੂਜ਼ ਹੁੰਦੇ ਆ। ਕੰਡੈਂਸਰ ਨਾ ਕਿੱਦਾਂ ਪਤਾ ਤਾਂ ਲੱਗੇ? मॉइस्चर Absorb करता है. क्या कह रहे हो आस्था? Sweat absorb करता है AC. ठीक है। कीर्ति, करण तालीवाल, जिया, जैस्मीन, जस्माइन? सर हीट ऑब्जर्व करके टेम्परेचर लो कर दिंदा। ਤੇ ਉਹ ਹੀਟ ਕਿੱਥੇ ਜਾਂਦੀ ਹੈ? सर बाहर। ਉਹ ਕਿੱਦਾਂ? चल सही बोल रही हैं, गल थोड़ा हैगा, सही बोल रही हैं। तुम कंप्लीट कर। सुवेश जी, ओ सुवेश जी। यस सर। किदा फिर एसी किदा ठंडा करता वा? चलाया नहीं। हैं? चलाया नहीं। चलाया नहीं। चलाएंगे तो फिर पता लगू। चलो सुनो बेटा, मैं जे क्वेश्चन डिस्कस कीते तो कारण आप जो टॉपिक करन लगे प्रिंसिपल ऑफ रेफ्रिजरेटर हीट पंप। बेसिकली ये टॉपिक तुहाडे कोल तुहाडे एसएच रेफ्रिजरेटर और कहंदा जी एसी दोनों दी बेसिक वर्किंग दसदा वा।
ਪੁੱਤ ਜਦੋਂ ਅਸੀਂ ਕਹਿੰਦੇ ਕਿ ਵੀ ਅਸੀਂ ਰੂਮ ਦੇ ਅੰਦਰ ਜਿਹੜਾ ਰੈਫ੍ਰਿਜਰੇਟਰ ਆ ਹਨਾ ਉਹਦਾ ਡੋਰ ਓਪਨ ਕਰ ਦਈਏ, ਉਹ ਰੂਮ ਨੂੰ ਠੰਡਾ ਨਹੀਂ ਕਰ ਪਾਏਗਾ। ਉਹਦਾ ਕਾਰਨ ਇਹ ਹੋਏਗਾ, ਨੋ ਡਾਊਟ ਇੱਕ ਕਾਰਨ ਤਾਂ ਉਹਦਾ ਇਹ ਹੋਏਗਾ ਕਿ ਵੀ ਉਹਦਾ ਕੂਲਿੰਗ ਏਰੀਆ ਜਿਹੜਾ ਵਾ, ਯਾਨੀ ਉਹਦੇ ਅੰਦਰ ਜਿਹੜਾ ਕੰਡੈਂਸਰ ਲੱਗਾ ਹੋਇਆ, ਜਿਹੜੀ ਮੋਟਰ ਲੱਗੀ ਹੋਈ ਆ ਉਹ ਛੋਟੀ ਆ, ਠੀਕ ਹੈ, ਤੇ ਉਹ ਉਨੀ ਹੀਟ ਜਿਹੜੀ ਆ ਉਹਨੂੰ ਯੂਟਿਲਾਈਜ਼ ਨਹੀਂ ਕਰ ਪਾਉਂਦਾ ਜਿਹੜੀ ਤੁਹਾਡੇ ਕਮਰੇ ਨੂੰ ਠੰਡਾ ਕਰੇ। ਪਰ ਬੇਸਿਕਲੀ ਉਹਦੇ ਚ ਹੁੰਦਾ ਕੀ ਆ, ਆਪਾਂ ਜੇ ਏਸੀ ਦੀ ਗੱਲ ਕਰੀਏ ਜਾਂ ਤੁਹਾਡੇ ਕੋਲ ਐਸਐਚ ਰੈਫ੍ਰਿਜਰੇਟਰ, ਦੋਨਾਂ ਦੇ ਅੰਦਰ ਜਿਹੜੇ ਏਰੀਏ ਨੂੰ ਤੁਸੀਂ ਕੂਲ ਡਾਊਨ ਕਰਨਾ, ਜਿੱਦਾਂ ਵਿੰਡੋ ਏਸੀ ਹੋਇਆ, ਠੀਕ ਹੈ, ਵਿੰਡੋ ਏਸੀ ਦਾ ਅਸੀਂ ਜਿਹੜਾ ਵਾ ਫਰੰਟ ਫੈਨ ਵਾਲੀ ਸਾਈਡ ਅੰਦਰ ਰੱਖ ਕੇ ਤਾਂ ਜਿਹੜਾ ਕੰਡੈਂਸਰ ਵਾਲਾ ਪਾਸਾ ਉਹ ਕਮਰੇ ਤੋਂ ਬਾਹਰ ਰੱਖਦੇ ਆ, ਔਰ ਜਿੱਥੇ ਕਮਰੇ ਤੋਂ ਬਾਹਰ ਉਹ ਪਾਸਾ ਰੱਖਦੇ, ਜੇ ਅਸੀਂ ਉੱਥੇ ਖੜੇ ਹੋ ਕੇ ਦੇਖੀਏ ਤੇ ਉਹ ਰੱਜ ਕੇ ਗਰਮ ਹੋਇਆ ਹੁੰਦਾ ਪਾਸਾ, ਉੱਥੋਂ ਦੀ ਸਾਰੀ ਗਰਮ ਹਵਾ ਨਿਕਲ ਰਹੀ ਹੈ, ਠੀਕ ਹੈ, ਤੇ ਤੁਹਾਡੇ ਕਮਰੇ ਵਾਲਾ ਪਾਸਾ ਜਿਹੜਾ ਉਹ ਕੂਲਿੰਗ ਏਰੀਆ ਬਣਦਾ ਪਿਆ। ਇਦਾਂ ਹੀ ਰੈਫ੍ਰਿਜਰੇਟਰ ਦੇ ਅੰਦਰ ਵੀ ਤੁਹਾਡੇ ਕੋਲ ਕੀ ਹੈਗਾ, ਜਿਹੜਾ ਰੀਜਨ ਰੈਫ੍ਰਿਜਰੇਟਰ ਦੇ ਅੰਦਰ ਵਾਲਾ ਵਾ ਹਨਾ, ਜਿਹੜਾ ਉਹਨੇ ਠੰਡਾ ਕਰਨਾ ਵਾ, ਤੇ ਉਹਦੇ ਬੈਕ ਸਾਈਡ ਜਿਹੜੀ ਉਹਦੀ ਬੈਕ ਸਾਈਡ ਮੋਟਰ ਲੱਗੀ ਹੋਈ ਆ, ਕੰਡੈਂਸਰ ਲੱਗਾ ਜਿਹਨੂੰ ਅਸੀਂ ਕਹਿੰਦੇ ਆ, ਉਹ ਕਮਰੇ ਦੇ ਵਿੱਚ ਹੀ ਲੱਗਾ ਹੋਇਆ। ਯੈਸ ਸਰ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਫ੍ਰਿਜ ਦਾ ਇੰਟੀਰੀਅਰ ਪੋਰਸ਼ਨ ਆ ਤੇ ਜਿਹੜਾ ਫ੍ਰਿਜ ਦਾ ਐਕਸਟੀਰੀਅਰ ਪੋਰਸ਼ਨ ਪਿਛਲਾ ਪਾਸਾ ਬਣਿਆ, both are within the room। ਯੈਸ ਸਰ। ਯੈਸ ਦਾ ਅਸੀਂ ਇਦਾਂ ਕਰੀਏ ਕਿ ਵੀ ਅਸੀਂ ਏਸੀ ਨੂੰ ਇਦਾਂ ਲਾਇਆ ਕਿ ਵੀ ਆ ਮੈਂ ਜਿਹੜੇ ਕਮਰੇ 'ਚ ਬੈਠਾ ਇਧਰਲੇ ਪਾਸੇ ਕੂਲਿੰਗ ਏਰੀਆ ਬਣ ਜੇ, ਤੇ ਇਹਦਾ ਏਸੀ ਦਾ ਬੈਕ ਯੂਨਿਟ ਜਿਹੜਾ ਵਾ ਜਾਂ ਸਪਲਿਟ ਏਸੀ ਦਾ ਜਿਹੜਾ ਐਗਜ਼ੌਸਟ ਯੂਨਿਟ ਆ, ਇਹਨੂੰ ਮੈਂ ਦੂਜੇ ਕਮਰੇ 'ਚ ਲਾ ਲਾਂ, ਕੀ ਹੋਏਗਾ ਦੂਜੇ ਕਮਰੇ 'ਚ? ਸਰ ਗਰਮ ਹੋ ਜਾਊਗਾ। ਗਰਮ ਹੋ ਜਾਊਗਾ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਗਰਮ ਵਾਲਾ ਪਾਸਾ ਵਾ ਹਨਾ, ਇਹਦਾ ਮਤਲਬ ਜਿਹੜੀ ਇਸ ਕਮਰੇ 'ਚੋਂ ਹੀਟ ਜਿਹੜੀ ਆ ਉਹ ਐਕਸਟ੍ਰੈਕਟ ਕਰਦਾ ਵਾ, ਇਸ ਕਮਰੇ 'ਚੋਂ ਜਿਹੜੀ ਹੀਟ ਬਾਹਰ ਕੱਢਦਾ ਪਿਆ ਹਨਾ, ਉਸ ਮੂਮੈਂਟ ਤੇ ਜਿਹੜੀ ਹੀਟ ਉਹ ਬਾਹਰ ਕੱਢਦਾ ਪਿਆ, ਜੇ ਉਹ ਬਾਹਰ ਵਾਲਾ ਪੋਰਸ਼ਨ ਵੀ, ਕੰਡੈਂਸਰ ਵਾਲਾ ਪੋਰਸ਼ਨ ਵੀ ਵਿਦਿਨ ਦਾ ਰੂਮ ਆ ਜਾਏ, ਤੇ ਫੇ ਕਿਆ ਮੇਰੇ ਕੋਲ ਕਮਰਾ ਠੰਡਾ ਹੋਏਗਾ? ਨੋ ਸਰ। ਨਹੀਂ ਹੋਊਗਾ। ਸਰ ਆਪਾਂ ਨੂੰ ਕਿੱਦਾਂ ਪਤਾ ਕਿ ਉਹਦੀ ਜਿਹੜੀ ਹੀਟ ਆ ਉਹਦੀ ਕੂਲਿੰਗ ਨਾਲੋਂ ਜ਼ਿਆਦਾ ਵਾ? ਹਾਂ, ਇੱਥੇ ਤੇ ਗੱਲ ਕਰਾਂਗੇ ਹੁਣ ਆਪਾਂ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਉਸ ਮੂਮੈਂਟ ਤੇ ਹੀਟ એનર્ਜੀ ਨਿਕਲੀ ਆ, ਜੇ ਕਮਰੇ ਦੇ ਵਿੱਚੋਂ ਉਹਨੇ 10 ਜਾਊਲ ਹੀਟ એનર્ਜੀ ਕੱਢੀ ਆ, ਠੀਕ ਹੈ, ਕਮਰੇ ਨੂੰ ਠੰਡੇ ਕਰਨ ਲਈ, ਤੇ ਜਿਹੜੀ 10 ਜਾਊਲ ਹੀਟ એનર્ਜੀ ਕੱਢੀ ਆ ਉਹ ਮੋਟਰ ਨੇ ਕੱਢੀ। ਯੈਸ ਸਰ। ਯੈਸ ਸਰ। ਮੋਟਰ ਉਹ ਹੀਟ ਕੱਢਦੀ ਪਈ ਆ। ਸਾਨੂੰ ਇਹ ਵੀ ਪਤਾ ਕਿ ਵੀ ਮੋਟਰ ਜਾਂ ਕੰਡੈਂਸਰ ਜਿਹੜਾ ਵਾ ਇਹ 100% ਐਫੀਸ਼ੀਐਂਟ ਡਿਵਾਈਸ ਨਹੀਂ ਹੈਗਾ। ਇਹਦਾ ਮਤਲਬ ਜੇ ਉਹਨੇ 10 ਜਾਊਲ ਕਮਰੇ ਚੋਂ ਹੀਟ ਕੱਢਣ ਵਾਸਤੇ, ਠੀਕ ਹੈ ਜੀ, ਕਮਰੇ ਚੋਂ 10 ਜਾਊਲ ਹੀਟ ਕੱਢੀ, ਤੇ ਮੋਟਰ ਨੇ ਜਿਹੜੀ ਆਪਣੀ એનર્ਜੀ ਯੂਟਿਲਾਈਜ਼ ਕੀਤੀ ਆ ਇਲੈਕਟ੍ਰੀਕਲ એનર્ਜੀ ਲੈ ਕੇ ਹਨਾ, ਉਹਦੇ ਵਿੱਚੋਂ ਵੀ ਤਾਂ ਕੁਝ ਹੀਟ એનર્ਜੀ ਬਣੂ। ਯੈਸ ਸਰ। ਯੈਸ ਸਰ। ਬੇਟੇ ਸਾਰੇ ਜਾਣੇ ਗੱਲ ਧਿਆਨ ਨਾਲ ਸਮਝੋ ਜੋ ਦੱਸਦਾ ਪਿਆ। ਜਦੋਂ ਏਸੀ ਚਲਾ ਕੇ ਕਮਰੇ ਦੇ ਵਿੱਚੋਂ ਮੈਂ 10 ਜਾਊਲ ਹੀਟ એનર્ਜੀ ਕੱਢਾਂਗਾ, 10 ਜਾਊਲ ਹੀਟ એનર્ਜੀ ਕੱਢਣ ਲਈ ਜਿਹੜਾ ਮੋਟਰ ਨੇ ਵਰਕ ਕੀਤਾ ਵਾ ਹਨਾ, ਉਸਨੇ ਜਦੋਂ ਵਰਕ ਕੀਤਾ ਉਹਨੇ ਇਲੈਕਟ੍ਰੀਕਲ એનર્ਜੀ ਲਿੱਤੀ ਸੀ। ਅਸੀਂ ਕਹਿੰਦੇ ਜੀ ਉਹਨੇ ਜਿਹੜੀ ਇਲੈਕਟ੍ਰੀਕਲ એનર્ਜੀ ਲੈ ਕੇ ਉਹਦੀ ਹੈਲਪ ਨਾਲ ਮਕੈਨੀਕਲ ਮੋਟਰ ਚਲਾਈ, ਔਰ ਮਕੈਨੀਕਲ ਮੋਟਰ ਨੇ ਤੁਹਾਡੇ ਰੂਮ ਦੇ ਵਿੱਚੋਂ ਹੀਟ ਕੱਢੀ, ਤੇ ਇਸ ਸਾਰੇ ਪ੍ਰੋਸੈਸ ਦੇ ਅੰਦਰ ਮੋਟਰ ਵੀ ਤਾਂ ਹੀਟ ਹੋਊਗੀ। ਯੈਸ। ਯੈਸ ਯੈਸ ਸਰ। ਜੇ ਮੋਟਰ ਹੀਟ ਹੁੰਦੀ ਪਈ ਆ ਤੇ ਇਹਦਾ ਮਤਲਬ ਮੋਟਰ ਦੀ ਹੀਟ એનર્ਜੀ ਤੇ ਤੁਹਾਡੇ ਰੂਮ ਚੋਂ ਕੱਢੀ ਹੋਈ ਹੀਟ એનર્ਜੀ, ਇਹ ਮਿਲ ਕੇ ਸਾਰੇ ਦੀ ਸਾਰੀ એનર્ਜੀ ਤੁਹਾਡੇ ਸਿੰਕ ਨੂੰ, ਯਾਨੀ ਤੁਹਾਡੀ ਸਰਾਊਂਡਿੰਗ ਨੂੰ ਜਾਂਦੀ ਪਈ। ਹਾਂਜੀ ਸਰ। ਯੈਸ ਸਰ। ਯੈਸ Yes, sir. ਜੇ ਉਹ ਸਰਾਊਂਡਿੰਗ ਨੂੰ ਹੀਟ ਜਾਂਦੀ ਪਈ ਆ, ਜੇ ਉਹ ਸਰਾਊਂਡਿੰਗ ਨੂੰ ਹੀਟ ਜਾਂਦੀ, ਇਹਦਾ ਮਤਲਬ ਕਮਰੇ ਚੋਂ ਤਾਂ 10 ਜਾਊਲ ਕੱਢੀ, ਪਰ 2 ਜਾਊਲ ਮੋਟਰ ਵੀ ਹੀਟ ਹੋਈ ਆ। ਇਹਦਾ ਮਤਲਬ ਓਵਰਆਲ ਜਿਹੜੀ ਟੋਟਲ ਹੀਟ એનર્ਜੀ ਸਰਾਊਂਡਿੰਗ ਨੂੰ ਗਈ ਆ ਉਹ 12 ਜਾਊਲ ਹੋਈ। ਯੈਸ ਯੈਸ ਸਰ। ਜਦ ਕਿ ਰੂਮ ਦੇ ਵਿੱਚੋਂ ਅਸੀਂ ਜਿਹੜੀ ਹੀਟ ਕੱਢੀ ਆ ਉਹ ਤਾਂ 10 ਜਾਊਲ ਆ। ਇਹਦਾ ਮਤਲਬ ਜਿੰਨੀ ਰੂਮ ਚੋਂ ਹੀਟ ਕੱਢਦੇ ਪਏ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਹੀਟ એનર્ਜੀ ਜਿਹੜੀ ਆ ਉਹ ਸਰਾਊਂਡਿੰਗ ਨੂੰ ਜਾਂਦੀ ਪਈ। ਯੈਸ ਸਰ। ਇਨ ਦਾ ਸਿਮਿਲਰ ਮੈਨਰ ਜਦੋਂ ਅਸੀਂ ਰੈਫ੍ਰਿਜਰੇਟਰ ਦੀ ਵਰਕਿੰਗ ਲੈਂਦੇ ਆ, ਰੈਫ੍ਰਿਜਰੇਟਰ ਦਾ ਇੰਟੀਰੀਅਰ ਪੋਰਸ਼ਨ, ਜਿਹੜਾ ਵਾ ਉਹਨੂੰ ਅਸੀਂ ਸਿੰਕ ਕਹਿੰਦੇ ਆ। ਹੁਣ ਇੱਥੇ ਹੀਟ ਇੰਜਨ ਨਾਲੋਂ ਇੱਕ ਚੀਜ਼ ਹੀਟ ਪੰਪ ਦੇ ਵਿੱਚ ਡਿਫਰੈਂਟ ਆਣੀ ਆ। ਹੀਟ ਇੰਜਨ ਸੋਰਸ ਤੋਂ ਹੀਟ ਲੈਂਦਾ ਸੀ
ਤੇ ਵੇਸਟ ਹੀਟ ਸਿੰਕ ਨੂੰ ਦਿੰਦਾ ਸੀ। ਹੁਣ ਅਸੀਂ ਜੇ ਫ੍ਰਿਜ ਦਾ ਇੰਟੀਰੀਅਰ ਪੋਰਸ਼ਨ ਲਈਏ, ਉਹ ਮੇਰਾ ਸਿੰਕ ਵਾ, ਕਿਉਂਕਿ ਫ੍ਰਿਜ ਦਾ ਇੰਟੀਰੀਅਰ ਲੋ ਟੈਂਪਰੇਚਰ ਤੇ ਆ ਤੇ ਫ੍ਰਿਜ ਦਾ ਜਿੱਥੇ ਕਮਰੇ 'ਚ ਰੱਖਿਆ ਹੋਇਆ ਉਹ ਮੇਰਾ ਐਸਐਚ ਹਾਈ ਟੈਂਪਰੇਚਰ ਤੇ ਆ। ਫ੍ਰਿਜ ਦੇ ਅੰਦਰ ਟੈਂਪਰੇਚਰ 2 3 4 ਡਿਗਰੀ ਆ, ਠੀਕ ਹੈ, ਤੇ ਤੁਹਾਡੇ ਬਾਹਰ ਕਮਰੇ ਦਾ ਟੈਂਪਰੇਚਰ ਜਿਹੜਾ 40 ਡਿਗਰੀ ਆ। ਇਹਦਾ ਮਤਲਬ ਹੁਣ ਹੀਟ ਜਿਹੜੀ ਆ ਉਹ ਲੋ ਟੈਂਪਰੇਚਰ ਵਾਲੇ ਰੀਜਨ ਚੋਂ ਕੱਢ ਕੇ ਅਸੀਂ ਹਾਈ ਟੈਂਪਰੇਚਰ ਵਾਲੇ ਰੀਜਨ 'ਚ ਸੁੱਟਦੇ ਪਏ। Yes, sir. Yes, sir. ਹਾਂਜੀ ਪੁੱਤ, ਆਪਾਂ ਐਸਐਚ ਕੋਲਡ ਰੈਜ਼ਰਵਾਇਰ ਦਾ ਇਹੀ ਮਤਲਬ ਆ। ਜਿਹੜਾ ਐਸਐਚ ਕਹਿੰਦਾ ਜੀ ਤੁਹਾਡੇ ਕੋਲ ਹੀਟ એનર્ਜੀ ਜਿਹੜੀ ਆ, ਠੀਕ ਹੈ, ਉਹਦਾ ਐਸਐਚ ਸੋਰਸ ਬਣੇ ਜਾਂ ਹੀਟ એનર્ਜੀ ਐਬਜ਼ੌਰਬ ਕਰਨ ਦਾ ਸੋਰਸ ਬਣੇ, ਉਹਨੂੰ ਅਸੀਂ ਕੋਲਡ ਰੈਜ਼ਰਵਾਇਰ ਕਹਿੰਦੇ ਹਾਂ। ਗੁਰਲੀਨ ਠੀਕ ਆ? ਯੈਸ ਸਰ। ਚਲੋ ਮੈਂ ਆਪਣੀ ਗੱਲ ਕੰਟੀਨਿਊ ਕਰ ਰਿਹਾ। ਸੋ ਇਹਦਾ ਮਤਲਬ ਜਿਹੜਾ ਫ੍ਰਿਜ ਦਾ ਇੰਟੀਰੀਅਰ ਪੋਰਸ਼ਨ ਆ, ਹਨਾ, ਜਿਹੜਾ ਜਿੱਥੇ ਅਸੀਂ ਪਾਣੀ ਰੱਖਿਆ, ਸਬਜ਼ੀਆਂ ਰੱਖੀਆਂ, ਤੁਸੀਂ ਨੋਟ ਕਰੋ ਉੱਥੇ ਅਸੀਂ ਕੀ ਕਰਦੇ ਪਏ ਕਿ ਵੀ ਅਸੀਂ ਐਸ ਸੱਚ ਜਿਹੜੀ ਹੀਟ ਬਾਜ਼ਾਰੋਂ ਅਸੀਂ ਵੈਜੀਟੇਬਲਸ ਲੈ ਕੇ ਆਏ, ਠੀਕ ਹੈ, ਉਹ ਰੂਮ ਟੈਂਪਰੇਚਰ ਤੇ ਸੀਗੀਆਂ, ਉਹਦਾ ਟੈਂਪਰੇਚਰ 40 ਡਿਗਰੀ ਸੀਗਾ, ਠੀਕ ਹੈ। 40 ਡਿਗਰੀ ਵਾਲੀ ਚੀਜ਼ ਨੂੰ ਜਦੋਂ ਤੁਸੀਂ 2 ਡਿਗਰੀ ਵਾਲੇ ਏਰੀਆ 'ਚ ਰੱਖ ਦਿੱਤਾ ਫ੍ਰਿਜ ਦੇ ਇੰਟੀਰੀਅਰ 'ਚ, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਉਹ 40 ਡਿਗਰੀ ਵਾਲੀ ਸਬਜ਼ੀਆਂ ਦੇ ਵਿੱਚੋਂ ਹੀਟ એનર્ਜੀ ਜਿਹੜੀ ਆ, ਠੀਕ ਹੈ, ਉਹ ਫ੍ਰਿਜ ਦੇ ਇੰਟੀਰੀਅਰ ਪੋਰਸ਼ਨ 'ਚ ਸਰਕੂਲੇਟ ਕਰਦੀ ਪਈ। Yes, sir. ਯੈਸ ਸਰ। ਹੀਟ એનર્ਜੀ ਜਿਹੜੀ ਇੰਟੀਰੀਅਰ 'ਚ ਸਰਕੂਲੇਟ ਕਰਦੀ ਪਈ, ਮੋਟਰ ਦੀ ਹੈਲਪ ਨਾਲ ਅਸੀਂ ਉਹ ਹੀਟ એનર્ਜੀ ਸਾਰੇ ਦੀ ਸਾਰੀ ਕੱਢ ਕੇ ਕਮਰੇ 'ਚ ਸੁੱਟ ਦਿੱਤੀ। ਇਹਦਾ ਮਤਲਬ ਜਦੋਂ ਕਮਰੇ ਦੇ ਵਿੱਚ ਅਸੀਂ ਉਹ ਹੀਟ એનર્ਜੀ ਮੋਟਰ ਦੀ ਹੈਲਪ ਨਾਲ, ਕੰਡੈਂਸਰ ਦੀ ਹੈਲਪ ਨਾਲ ਅਸੀਂ ਉਹ ਹੀਟ એનર્ਜੀ ਕਮਰੇ ਨੂੰ ਥਰੋ ਕੀਤੀ ਆ, ਤੇ ਮੁੜ ਕੇ ਮੈਂ ਸਬਜ਼ੀਆਂ ਨਾਲ ਉਹ ਐਸਐਚ ਜਿਹੜਾ ਵਾ ਉਹ ਥਰਮਾਮੀਟਰ ਲਾ ਕੇ ਦੇਖਾਂ, ਉਹਦਾ ਵੀ ਟੈਂਪਰੇਚਰ 2 ਡਿਗਰੀ ਆ ਗਿਆ। Yes, sir. ਯੈਸ ਸਰ। ਇਹਦਾ ਮਤਲਬ ਇਹ ਹੋ ਗਿਆ ਫ੍ਰਿਜ ਦੇ ਇੰਟੀਰੀਅਰ ਪੋਰਸ਼ਨ ਜਿਹੜਾ ਕਿ ਲੋ ਟੈਂਪਰੇਚਰ ਤੇ ਹੈਗਾ, ਠੀਕ ਹੈ, ਤੇ ਅਸੀਂ ਉਸ ਲੋ ਟੈਂਪਰੇਚਰ ਵਾਲੇ ਰੀਜਨ ਦੇ ਵਿੱਚੋਂ ਹੀਟ એનર્ਜੀ ਜਿਹੜੀ ਆ ਉਹ ਐਕਸਟ੍ਰੈਕਟ ਕਰਕੇ ਅਸੀਂ ਐਸਐਚ ਜਿਹੜਾ ਮੇਰਾ ਰੂਮ ਹਾਈ ਟੈਂਪਰੇਚਰ ਤੇ ਹੈਗਾ ਉਸ ਰੀਜਨ ਦੇ ਅੰਦਰ ਅਸੀਂ ਥਰੋ ਕਰਦੇ ਪਏ। Yes, sir. ਇਹ ਕੰਮ ਆ ਬੇਟਾ, ਸੇਮ ਕੰਮ ਤੁਹਾਡਾ ਏਸੀ ਵੀ ਕਰਦਾ। ਆ ਮੈਂ ਜਿਹੜੇ ਕਮਰੇ 'ਚ ਬੈਠਾ, ਮੰਨ ਲਓ ਇਹਦਾ ਟੈਂਪਰੇਚਰ 30 ਡਿਗਰੀ ਆ, ਠੀਕ ਹੈ, ਬਾਹਰ ਟੈਂਪਰੇਚਰ ਜਿਹੜਾ ਵਾ ਉਹ 40 ਡਿਗਰੀ ਆ, ਤੇ ਮੈਂ ਇਸ ਕਮਰੇ ਜਦੋਂ ਏਸੀ ਚਲਾਇਆ ਤੇ ਮੈਂ ਇਹਦਾ ਟੈਂਪਰੇਚਰ ਲਾਤਾ 18 ਡਿਗਰੀ। ਇਹਦਾ ਮਤਲਬ ਇਹ ਹੋ ਗਿਆ ਇਹਨੇ ਇਸ ਕਮਰੇ ਦੇ ਵਿੱਚੋਂ 30 ਡਿਗਰੀ ਦੇ ਹਿਸਾਬ ਨਾਲ ਹੀਟ ਕੱਢਣੀ ਸ਼ੁਰੂ ਕੀਤੀ, ਠੀਕ ਹੈ। ਉਹ ਹੀਟ ਕੱਢਦੇ ਕੰਟੀਨਿਊਸਲੀ, ਠੀਕ ਹੈ ਜੀ, ਇਹਦਾ ਟੈਂਪਰੇਚਰ ਡ੍ਰੌਪ ਕਰਦਾ ਜਾਊਗਾ। Yes, Yes, sir. sir. ਤੇ ਜੇ Yes, sir. ਰੂਮ ਦਾ ਟੈਂਪਰੇਚਰ ਡ੍ਰੌਪ ਕਰ ਰਿਹਾ ਤੇ ਇਹਦਾ ਮਤਲਬ ਅਸੀਂ ਹੀਟ એનર્ਜੀ ਲੋ ਟੈਂਪਰੇਚਰ ਵਾਲੇ ਰੀਜਨ ਤੋਂ ਹਾਈ ਟੈਂਪਰੇਚਰ ਵਾਲੇ ਰੀਜਨ ਨੂੰ ਟ੍ਰਾਂਸਫਰ ਕਰਦੇ ਪਏ। Yes, sir. ਤੇ ਇਸ ਪ੍ਰੋਸੈਸ ਦੇ ਅੰਦਰ ਜਿਹੜਾ ਕੰਪਰੈਸਰ ਚੱਲਦਾ ਪਿਆ, ਜਿਹੜਾ ਏਸੀ ਦਾ ਕੰਪਰੈਸਰ ਚੱਲਦਾ ਪਿਆ, ਉਹ ਵੀ ਗਰਮ ਹੁੰਦਾ। Yes, sir. ਇਹਦਾ ਮਤਲਬ ਕੰਪਰੈਸਰ ਦੀ ਜਿਹੜੀ ਐਸਐਚ ਹੀਟ એનર્ਜੀ ਬਣੀ ਤੇ ਜਿਹੜੀ ਤੁਹਾਡੇ ਕਮਰੇ 'ਚੋਂ ਹੀਟ એનર્ਜੀ ਕੱਢੀ ਆ, ਓਵਰਆਲ ਤੁਸੀਂ ਸੋਰਸ ਨੂੰ ਯਾਨੀ ਸਰਾਊਂਡਿੰਗ ਨੂੰ ਜਿਹੜੀ ਹੀਟ એનર્ਜੀ ਥਰੋ ਕੀਤੀ ਆ, ਉਹ ਕਮਰੇ 'ਚੋਂ ਕੱਢੀ ਹੋਈ ਹੀਟ એનર્ਜੀ ਤੋਂ ਜ਼ਿਆਦਾ ਹੋਏਗੀ। Yes, sir. ਇਸ ਲਈ ਅਸੀਂ ਡਿਫਾਈਨ ਕਰਦੇ ਹਾਂ ਕਿ ਵੀ ਐਸਐਚ ਜਿਹੜੀ ਹੀਟ એનર્ਜੀ ਫ੍ਰਿਜ ਨੇ ਕੱਢੀ ਆ, ਹਨਾ, ਤੇ ਉਹ ਹੀਟ એનર્ਜੀ ਫ੍ਰਿਜ ਦੇ ਇੰਟੀਰੀਅਰ 'ਚੋਂ ਕੱਢੀ ਤੇ ਪਲੱਸ ਜਿਹੜਾ ਉਹਦੇ ਮੋਟਰ ਦੇ ਗਰਮ ਕਰਕੇ ਹੀਟ એનર્ਜੀ ਬਣੀ, ਉਹ ਓਵਰਆਲ ਤੁਹਾਡੇ ਕਮਰੇ ਨੂੰ ਗਈ। ਇਹਦਾ ਮਤਲਬ ਜਿੰਨੀ ਕੁ ਹੀਟ એનર્ਜੀ ਉਹਨੇ ਐਸਐਚ ਕੱਢ ਕੇ ਫ੍ਰਿਜ ਦੇ ਇੰਟੀਰੀਅਰ ਨੂੰ ਠੰਡਾ ਕੀਤਾ, ਉਸ ਤੋਂ ਕਿਤੇ ਜ਼ਿਆਦਾ ਹੀਟ એનર્ਜੀ ਤੋਂ ਕਮਰੇ 'ਚ ਸੁੱਟਦਾ ਪਿਆ। ਇਸ ਲਈ ਓਵਰਆਲ ਰੂਮ ਦਾ ਟੈਂਪਰੇਚਰ ਡਿਕਰੀਜ਼ ਕਰਨ ਦੀ ਥਾਂ ਤੇ ਓਵਰਆਲ ਰੂਮ ਦਾ ਟੈਂਪਰੇਚਰ ਇਨਕਰੀਜ਼ ਕਰੂਗਾ। ਹਾਂਜੀ ਸਰ। ਯੈਸ ਸਰ। ਕਿਆ ਸਾਰਿਆਂ ਨੂੰ ਆ ਗੱਲ ਸਮਝ ਆਈ? Yes, sir. Yes, sir. ਯੈਸ ਸਰ। ਇਸੇ ਨੂੰ ਬੇਟਾ ਆਪਾਂ ਐਸਐਚ ਰੈਫ੍ਰਿਜਰੇਟਰ ਦੀ ਬਲੌਕ ਡਾਇਗਰਾਮ ਬਣਾਉਣ ਲੱਗੇ ਆ ਕਿ ਜਿਹੜਾ ਰੈਫ੍ਰਿਜਰੇਟਰ ਜਾਂ ਹੀਟ ਪੰਪ ਹੋਏਗਾ, ਇਹਦੀ ਵਰਕਿੰਗ ਦਾ ਪ੍ਰਿੰਸੀਪਲ ਜਿਹੜਾ ਉਹ ਹੀਟ ਇੰਜਨ ਦੀ ਵਰਕਿੰਗ ਨਾਲੋਂ ਰਿਵਰਸ ਆ, ਠੀਕ ਹੈ। ਸੋ ਇਹਦੇ ਅੰਦਰ ਅਸੀਂ ਬਲੌਕ ਡਾਇਗਰਾਮ ਜਿਹੜੀ ਹੈ ਇਹ ਦਿਖਾਵਾਂਗੇ। ਇੱਕ ਸਿੰਕ ਆਫ ਹੀਟ ਆ ਗਿਆ, ਇੱਕ ਸਿੰਕ ਆਫ ਹੀਟ ਵੇਰੀਏਬਲ ਚੇਂਜ ਨਹੀਂ ਕਰਾਂਗੇ, ਸਿੰਕ ਦਾ ਟੈਂਪਰੇਚਰ T2 ਸੀ, ਹੁਣ ਵੀ T2 ਆ, ਠੀਕ ਹੈ। ਇਹਦੇ ਕੋਲੋਂ ਅਸੀਂ ਐਸਐਚ ਹੀਟ એનર્ਜੀ Q2 ਕੱਢੀ, ਸਿੰਕ ਨਾਲ ਵੇਰੀਏਬਲ ਹੀਟ ਦਾ Q2 ਸੀਗਾ, ਔਰ ਇੱਥੇ ਮੇਰੇ ਕੋਲ ਲੱਗਿਆ ਜੀ ਮੇਰਾ ਵਰਕਿੰਗ ਸਬਸਟੈਂਸ।
ठीक है, ये मेरा वर्किंग सबस्टेंस आ गया। वर्किंग सबस्टेंस की गल दोबारा हुणी करांगे आपां। और ਜਿਹੜੀ एज सच वर्किंग सबस्टेंस ते वर्क कीता ਉਹ ਅਸੀਂ ਕਹਿੰਦੇ ਜੀ ਇਲੈਕਟ੍ਰਿਕ ਮੋਟਰ ਦੀ ਹੈਲਪ ਨਾਲ ਕੀਤਾ। ਯਾਨੀ ਇੱਥੇ ਅਸੀਂ ਕਹਿੰਦੇ वर्किंग सबस्टेंस ਦੇ ਉੱਤੇ ਜਿਹੜਾ ਵਰਕ ਪਰਫਾਰਮ ਹੋਏਗਾ ਉਹ ਇਲੈਕਟ੍ਰਿਕ ਮੋਟਰ ਕਰੇਗੀ। और ਜਿਹੜੀ ਟੋਟਲ ਹੀਟ એનર્ਜੀ ਬਣੀ ਮੋਟਰ ਨੇ ਜਿਹੜੀ ਵੇਸਟ ਕੀਤੀ ਤੇ ਜਿਹੜੀ ਸਿੰਕ ਦੇ ਵਿੱਚੋਂ ਕੱਢੀ ਆ, ਇਹ ਟੋਟਲ ਹੀਟ એનર્ਜੀ ਅਸੀਂ ਐਸ ਸੱਚ ਥਰੋ ਕਰ ਦਿੰਨੇ ਕਹਿੰਦਾ ਜੀ ਰੂਮ ਨੂੰ। ਅਸੀਂ ਕਹਿੰਦੇ ਜੀ ਦੈਟ ਹੀਟ ਗੋਸ ਟੂ ਦਾ ਕਹਿੰਦਾ ਜੀ ਸੋਰਸ। यानी इतने मेरे को मेरा सोर्स आ जाएगा और सोर्स मेरा एज सच हाई टेंपरेचर पे। क्या आ तीनों कंपोनेंट समय लगे? दिमाग लाओ बेटा। एज सच जिहड़ी हुण हीट एनर्जी आ वो ਅਸੀਂ ਜਿੱਥੋਂ ਕੱਢਦੇ ਪਏ ਉਹ लो टेंपरेचर रीजन ਆ ਤੇ लो टेंपरेचर रीजन ਨੂੰ ਅਸੀਂ ਐਜ ਸਚ ਸਿੰਕ ਕਹਿੰਦੇ ਆ। ठीक है, सिंक का टेंपरेचर ਅਸੀਂ T2 डिफाइन किया ਜਿਹੜਾ ਕਿ लो टेंपरेचर होएगा एज कंपेयर टू T1। ठीक है जी, और ਅਸੀਂ ਸਿੰਕ ਦੇ ਵਿੱਚੋਂ लो टेंपरेचर वाले एरिया ਦੇ ਵਿੱਚੋਂ Q2 ਹੀਟ ਕੱਢਦੇ ਪਏ ਆ। ठीक है, और इस हीट ਨੂੰ ਕਿਹਦੀ ਹੈਲਪ ਨਾਲ ਕੱਢਿਆ? वर्किंग सबस्टेंस। वर्किंग सबस्टेंस मेरा कौन आ? ਅਸੀਂ ਕਹਿੰਦੇ ਜੀ ਜਿਹੜੀ ਗੈਸ ਫਿਲ ਕੀਤੀ ਆ। ਮੈਂ ਹੁਣ ਇੱਕ ਐਗਜ਼ਾਮਪਲ ਕੋਡ ਕਰ ਰਿਹਾ ਉਹਦੀ ਗੱਲ ਤੇ ਭਾਰ ਨੇ। ठीक है, और ਜਿਹੜੀ ਗੈਸ ਦੇ ਉੱਤੇ ਐਸ ਸੱਚ ਟੋਟਲ ਹੀਟ ਮੇਰੇ ਕੋਲ ਬਣ ਗਈ ਜਿਹੜੀ ਸੋਰਸ ਨੂੰ ਗਈ ਆ ਉਹ ਮੇਰੀ Q1 ਹੋ ਗਈ। ਇੰਨੀ ਗੱਲ ਸਮਝ ਆਈ? Yes, sir. Yes, sir. Yes, sir. वर्किंग सबस्टेंस वाला पार्ट ਜਿਹੜਾ ਵਾ ਇਹ ਅਸੀਂ ਐਸ ਸੱਚ ਰੈਫਰੀਜਰੇਟਰ ਦੀ ਵਰਕਿੰਗ ਬਣਾ ਕੇ ਦੱਸਣ ਲੱਗੇ ਆ। ਅਸੀਂ ਕਹਿੰਦੇ ਬੇਟਾ ਕਿ ਵੀ ਤੁਸੀਂ ਐਸ ਸੱਚ ਕਈ ਵਾਰੀ ਨੋਟ ਕਰੋ, ਅਸੀਂ ਕਹਿੰਦੇ ਕਿ ਵੀ ਫ੍ਰਿਜ ਜਿਹੜਾ ਨਾ ਉਹ ਪ੍ਰੋਪਰ ਕੂਲ ਨਹੀਂ ਕਰਦਾ। ਠੀਕ ਹੈ, ਉਹ ਚ ਕੂਲਿੰਗ ਨਹੀਂ ਹੁੰਦੀ ਪਈ ਜਾਂ ਏਸੀ ਪ੍ਰੋਪਰ ਕੂਲਿੰਗ ਨਹੀਂ ਕਰ ਰਿਹਾ। ਤੇ ਤੁਹਾਨੂੰ ਪਤਾ ਕਿ ਜੇ ਅਸੀਂ ਮਕੈਨਿਕ ਨੂੰ ਬੁਲਾਈਏ ਉਹ ਕੀ ਕਰੇਗਾ? ਮਕੈਨਿਕ ਕੀ ਕਰਦਾ ਪਤਾ ਬੇਟਾ ਉਸ ਕੰਮ ਵਾਸਤੇ? Gas change ਕਰਦਾ ਵਾ। ਗੈਸ ਚੇਂਜ ਕਰਦਾ ਵਾ। ਠੀਕ ਹੈ, ਸਭ ਤੋਂ ਪਹਿਲਾਂ ਜਦੋਂ ਮਕੈਨਿਕ ਨੇ ਤੁਹਾਡੇ ਉਹਦੀ ਕੂਲਿੰਗ ਚੈੱਕ ਕਰਨੀ ਹੈ ਨਾ, ਉਹਨੇ ਕੀ ਕਰਨਾ? ਉਹਨੇ ਕਹਿਣਾ ਜੀ ਮੈਂ ਪਹਿਲੇ ਉਹਦੀ ਨਾ ਗੈਸ ਸੇਫ ਕਰ ਲਵਾਂ। ਠੀਕ ਹੈ, ਇਹਦੇ ਨਾਲ ਕਾਪਰ ਪਾਈਪ ਲੱਗੀ ਹੁੰਦੀ ਆ। ਠੀਕ ਹੈ, ਜਿਹੜੀ ਤੁਸੀਂ ਕਾਪਰ ਪਾਈਪ ਲਾਈ ਹੁੰਦੀ ਆ ਉਹ ਕਹਿੰਦਾ ਜੀ ਮੈਂ ਪਹਿਲਾਂ ਕਾਪਰ ਪਾਈਪ ਜਿਹੜੀ ਹੈ ਨਾ ਇਹਨੂੰ ਸੀਲ ਕਰ ਦਵਾਂ। ठीक है, ਤੇ ਦੂਜਾ ਉਹ ਕਾਪਰ ਪਾਈਪ ਦੇ ਉੱਤੇ ਨਾ ਪਾਣੀ ਪਾ ਕੇ ਜਿਹਦਾ ਆਪਾਂ ਪੈਂਚਰ ਚੈੱਕ ਕਰਦੇ ਆ। ਠੀਕ ਹੈ, ਸਕੂਟਰ ਨੂੰ ਪੈਂਚਰ ਤਾਂ ਨਹੀਂ ਹੋਇਆ, ਇਦਾਂ ਹੀ ਉਹ ਪਾਈਪ ਨੂੰ ਜਿਹੜਾ ਵਾ ਉਹ ਸਾਬਣ ਵਾਲਾ ਪਾਣੀ ਲਾ ਕੇ ਨਾ ਚੈੱਕ ਕਰਦੇ ਆ ਔਰ ਦੇਖਦੇ ਕਿਤੇ ਬਬਲਿੰਗ ਤਾਂ ਨਹੀਂ ਹੋ ਰਹੀ। ਉਹ ਬੇਸਿਕਲੀ ਕੀ ਚੈੱਕ ਕਰ ਰਹੇ ਕਿ ਕਿਤੋਂ ਗੈਸ ਦੀ ਲੀਕੇਜ ਤਾਂ ਨਹੀਂ। ਇਦਾਂ ਹੀ ਜਦੋਂ ਫ੍ਰਿਜ ਖਰਾਬ ਹੁੰਦਾ ਪਿਆ ਤੇ ਉਹ ਫ੍ਰਿਜ ਦੇ ਅੰਦਰ ਕਹਿੰਦਾ ਜੀ ਸਭ ਤੋਂ ਪਹਿਲਾਂ ਗੈਸ ਚੈੱਕ ਕਰਦੇ ਆ ਕਿ ਵੀ ਇਹਦੀ ਗੈਸ ਦੀ ਕਹਿੰਦਾ ਜੀ ਲੀਕੇਜ ਤਾਂ ਨਹੀਂ ਕਿਤੇ, ਜਾਂ ਗੈਸ ਇਹਦੇ ਚ ਹੈਗੀ ਆ ਕਿ ਨਹੀਂ ਹੈਗੀ। ਇਹਦਾ ਮਤਲਬ ਗੈਸ ਕਿਤੇ ਨਾ ਕਿਤੇ ਕੂਲਿੰਗ ਦਾ ਕੰਮ ਕਰਾਂਦੀ ਪਈ। ਹੁਣ ਉਹਨੂੰ ਅਸੀਂ ਕਿੱਦਾਂ ਐਕਸਪਲੇਨ ਕਰਦੇ ਆ? ਉਹਦੇ ਲਈ ਅਸੀਂ ਕੀ ਕਹਿੰਦੇ, ਫ੍ਰਿਜ ਦੀ ਗੱਲ ਕਰਕੇ ਗੱਲ ਕੰਪਲੀਟ ਕਰਾਂਗਾ। ਅਸੀਂ ਕਹਿੰਦੇ ਜੀ ਫ੍ਰਿਜ ਦੇ ਬੈਕ ਸਾਈਡ ਜਿਹੜੀ ਹੈ ਨਾ ਜਾਂ ਫ੍ਰਿਜ ਦੀ ਜਿਹੜੇ ਡੋਰ ਸਾਈਡ ਹੈਗੀਆਂ ਜਿਹੜੀਆਂ ਉਹਦੀਆਂ ਵਾਲਸ ਨੇ ਇਹਨਾਂ ਦੇ ਵਿੱਚ ਕਾਪਰ ਪਾਈਪ ਲੱਗੀ ਹੁੰਦੀ ਆ। ਉਹਦੇ ਚ ਅਸੀਂ ਇਸ ਵੇ ਨਾਲ ਨਾ ਐਸ ਸ਼ੇਪ ਚ ਕਾਪਰ ਪਾਈਪ ਲਾਈ ਹੁੰਦੀ ਆ। ਮਤਲਬ ਉਹਦੇ ਚ ਇਸ ਵੇ ਨਾਲ ਮੇਰੇ ਕੋਲ ਐਸ ਚ ਕਾਪਰ ਪਾਈਪ ਜਿਹੜੀ ਆ ਉਹ ਲੱਗੀ ਹੋਈ ਹੈ ਤੇ ਕਾਪਰ ਪਾਈਪ ਉਹਦੇ ਚ ਕੀ ਕਰਦੀ? एक सेकंड होल्ड करो। हाँ जी बेटे, सो हाँ ਆਪਾਂ ਇਹ ਕਹਿੰਦੇ ਸੀ ਇਸ ਵੇ ਨਾਲ ਨਾ ਇਹਦੇ ਚ ਕਾਪਰ ਪਾਈਪਸ ਲੱਗੀਆਂ ਹੁੰਦੀਆਂ ਤੇ ਉਹ ਕਾਪਰ ਪਾਈਪ ਦੇ ਥਰੂ ਤੁਹਾਡੀ ਗੈਸ ਜਿਹੜੀ ਨਾ ਉਹ ਸਰਕੂਲੇਟ ਕਰਦੀ ਪਈ ਆ। ਤੇ ਉਹ ਗੈਸ ਕਰਦੀ ਕੀ ਆ? ਅਸੀਂ ਕਹਿੰਦੇ ਜੀ ਇਹਨੂੰ 3 ਸਟੈਪ ਦੇ ਅੰਦਰ ਅਸੀਂ ਐਕਸਪਲੇਨ ਕਰਦੇ ਆ। ਨੰਬਰ 1 ਕਹਿੰਦਾ ਜੀ ਸਡਨ ਐਕਸਪੈਂਸ਼ਨ ਆਫ ਦਾ ਗੈਸ। यानी सब तो पहले की हुंदा कि भाई जदों असीं कहने कि भी कोई भी रेफ्रिजरेटर या एसी जदों अपनी वर्किंग कैपेसिटी च हैगा वा है ना, वो अपने वर्क नू यानी हीट एनर्जी नू एक्सट्रैक्ट करन दा जिहड़ा प्रोसेस आ इहनू एक साइकिल च कंप्लीट करदा। जिद्दां हीट इंजन दा क्या उदां इहदा भी एक साइकिल आ बेटा। ਉਹਦੇ ਇੱਕ ਸਾਈਕਲ ਚ ਹੁੰਦਾ ਕੀ ਅਸੀਂ ਕਹਿੰਦੇ ਜੀ ਫਸਟ ਸਟੈਪ ਹੋਏਗਾ ਸਡਨ ਐਕਸਪੈਂਸ਼ਨ ਆਫ ਦਾ ਗੈਸ। ਸਡਨ ਐਕਸਪੈਂਸ਼ਨ ਆਫ ਗੈਸ ਦੇ ਵਿੱਚ ਕੀ ਹੋਏਗਾ ਕਿ ਜਿਹੜੀ ਤੁਹਾਡੀ ਪਾਈਪਾਂ ਦੇ ਵਿੱਚ ਗੈਸ ਹੈ ਨਾ ਉਹ ਸਡਨਲੀ ਐਕਸਪੈਂਡ ਕਰਦੀ ਆ। ਸਡਨ ਵਰਡ ਦਾ ਮਤਲਬ ਹੋ ਗਿਆ ਐਡੀਆਬੈਟਿਕਲੀ। ਜੇ ਯਾਦ ਹੋਵੇ ਤੇ ਐਡੀਆਬੈਟਿਕ ਐਕਸਪੈਂਸ਼ਨ ਦੀ ਕੰਡੀਸ਼ਨ ਸੀਗੀ ਉਹ ਚ ਅਸੀਂ ਦੱਸਿਆ ਸੀ ਪ੍ਰੋਸੈਸ ਆਫ ਐਕਸਪੈਂਸ਼ਨ ਔਰ ਕੰਪਰੈਸ਼ਨ ਇਟ ਸ਼ੁੱਡ ਬੀ ਰੈਪਿਡ so that no time available to exchange the heat with the surrounding। ਉਹੀ ਵਰਡ ਹੁਣ ਵੀ ਲੈ ਰਿਹਾ ਕਿ ਜਦੋਂ ਤੁਸੀਂ ਗੈਸ ਫਿਲ ਕੀਤੀ ਹੋਈ ਆ ਤੇ ਉਹ ਗੈਸ ਜਿਹੜੀ ਆ ਜਦੋਂ ਮੋਟਰ ਤੁਹਾਡੀ ਕੰਮ ਕਰਦੀ ਪਈ ਆ ਹਨਾ ਉਹ ਗੈਸ ਨੂੰ ਬੇਟਾ ਸਡਨਲੀ ਐਕਸਪੈਂਡ ਕਰਾ ਦਿੰਦੀ। ਔਰ ਗੈਸ ਦੀ ਐਕਸਪੈਂਸ਼ਨ ਹੋਣ ਕਰਕੇ ਕੀ ਹੋਏਗਾ
ਗੈਸ ਜਿਹੜੀ ਆ ਜਦੋਂ ਐਕਸਪੈਂਡ ਕਰ ਗਈ ਉਹਦਾ ਟੈਂਪਰੇਚਰ ਅੱਗੇ ਨਾਲੋਂ ਫਾਲ ਕਰ ਜਾਏਗਾ, ਤੇ ਜੇ ਉਹਦਾ ਟੈਂਪਰੇਚਰ ਅੱਗੇ ਨਾਲੋਂ ਫਾਲ ਕਰ ਗਿਆ, ਅਸੀਂ ਕਹਿੰਦੇ ਜੀ ਗੈਸ ਵਿਲ ਕਨਵਰਟਡ ਇਨਟੂ ਲਿਕੁਇਡ ਵੇਪਰ ਮਿਕਸਚਰ। ਗੈਸ ਜਿਹੜੀ ਹੈਗੀ ਆ ਉਹ ਐਕਸਪੈਂਡ ਕਰ ਗਈ, ਠੰਡੀ ਹੋ ਗਈ, ਠੰਡੀ ਹੋਣ ਕਰਕੇ ਉਹ ਲਿਕੁਇਫਾਈ ਹੋਣੀ ਸ਼ੁਰੂ ਹੋ ਜਾਣੀ ਆ। ਔਰ ਜਦੋਂ ਗੈਸ ਲਿਕੁਇਫਾਈ ਹੋਣੀ ਸ਼ੁਰੂ ਹੋ ਗਈ, ਗੈਸ ਇਹਨਾਂ ਪਾਈਪਾਂ ਦੇ ਵਿੱਚ ਸਰਕੂਲੇਟ ਕਰਦੀ ਸੀ। ਇਹਦਾ ਮਤਲਬ ਹੋ ਗਿਆ ਫ੍ਰਿਜ ਦੇ ਇੰਟੀਰੀਅਰ ਵਾਲ ਜਿਹੜੀਆਂ ਨੇ ਹਨਾ, ਉਹਦੇ ਵਿੱਚ ਇਹ ਗੈਸ ਸਰਕੂਲੇਟ ਕਰਕੇ ਲਿਕੁਇਡ ਵੇਪਰ ਮਿਕਸਚਰ ਬਣਾ ਦਿੰਦੀ। ਹੁਣ ਜਿਹੜੀ ਫ੍ਰਿਜ 'ਚ ਤੁਸੀਂ ਸਬਜ਼ੀ ਰੱਖੀ ਆ ਲਿਆ ਕੇ ਹਨਾ, ਉਹਦੀ ਹੀਟ એનર્ਜੀ ਜਿਹੜੀ ਆ, ਕਿਉਂਕਿ ਹੀਟ ਆਟੋਮੈਟਿਕਲੀ ਫਲੋ ਫਰਮ ਦਾ ਬਾਡੀ ਵਿਚ ਇਜ਼ ਐਟ ਅ ਹਾਇਰ ਟੂ ਦਾ ਲੋਅਰ ਟੈਂਪਰੇਚਰ, ਪਰ ਇੱਥੇ ਮੋਟਰ ਕੀ ਕਰਦੀ ਆ, ਜਿਹੜੀ ਗੈਸ ਤੁਹਾਡੀ ਪਾਈਪਾਂ 'ਚ ਸਰਕੂਲੇਟ ਕਰਕੇ ਸਡਨ ਐਕਸਪੈਂਸ਼ਨ ਕਰਕੇ ਲਿਕੁਇਡ ਵੇਪਰ ਮਿਕਸਚਰ 'ਚ ਕਨਵਰਟ ਹੋਈ ਆ, ਉਸ ਲਿਕੁਇਡ ਵੇਪਰ ਮਿਕਸਚਰ ਨੇ ਫ੍ਰਿਜ ਦੇ ਇੰਟੀਰੀਅਰ 'ਚ ਜਿਹੜੀ ਹੀਟ ਬਣਦੀ ਪਈ ਆ, ਉਹ ਹੀਟ ਉਹਨੇ ਐਬਜ਼ੌਰਬ ਕਰ ਲੈਣੀ। ਔਰ ਹੀਟ ਐਬਜ਼ੌਰਬ ਕਰਕੇ ਉਹ ਲਿਕੁਇਡ ਵੇਪਰ ਮਿਕਸਚਰ ਜਿਹੜਾ ਵਾ ਅਗੇਨ ਇਟ ਕਨਵਰਟ ਬੈਕ ਇਨਟੂ ਦਾ ਕਹਿੰਦਾ ਜੀ ਗੈਸੀਅਸ ਫਾਰਮ, ਉਹ ਵਾਪਸ ਗੈਸ ਫਾਰਮ 'ਚ ਕਨਵਰਟ ਹੋ ਜਾਂਦਾ। ਤੇ ਉਸ ਜਿੰਨੀ ਉਹ ਗੈਸ ਫਾਰਮ 'ਚ ਕਨਵਰਟ ਹੋਇਆ, ਤੇ ਉਸ ਪ੍ਰੋਸੈਸ 'ਚ ਉਹਨੇ ਫ੍ਰਿਜ ਦੇ ਇੰਟੀਰੀਅਰ ਦੇ ਵਿੱਚੋਂ ਹੀਟ ਐਬਜ਼ੌਰਬ ਕੀਤੀ ਆ, ਯਾਨੀ ਫ੍ਰਿਜ ਦੇ ਇੰਟੀਰੀਅਰ 'ਚੋਂ ਜਿਹੜੀ ਹੀਟ ਸੀਗੀ ਉਹ ਉਹਨੇ ਐਕਸਟ੍ਰੈਕਟ ਕਰ ਲਈ। ਔਰ ਇਸ ਪ੍ਰੋਸੈਸ ਨੂੰ ਕਰਨ ਵਾਸਤੇ ਇਲੈਕਟ੍ਰਿਕ ਮੋਟਰ ਉਹਦੇ ਉੱਤੇ ਵਰਕ ਪਰਫਾਰਮ ਕਰੇਗੀ, ਯਾਨੀ ਵਰਕ ਇਜ਼ ਡਨ ਬਾय ਦਾ ਮੋਟਰ ਔਨ ਦਾ ਗੈਸ। ਇਹਦਾ ਮਤਲਬ ਉਹਨੇ ਗੈਸ ਦੇ ਉੱਤੇ ਵਰਕ ਕੀਤਾ ਵਾ, ਔਰ ਜਦੋਂ ਉਹਨੇ ਗੈਸ ਦੇ ਉੱਤੇ ਵਰਕ ਕੀਤਾ ਤੇ ਇਸ ਪ੍ਰੋਸੈਸ ਦੇ ਅੰਦਰ ਠੀਕ ਹੈ ਜੀ, ਉਹਨੇ ਜਿੰਨੀ ਹੀਟ એનર્ਜੀ ਸੀਗੀ ਸਿੰਕ ਦੇ ਰੀਜਨ ਦੇ ਅੰਦਰੋਂ ਉਹ ਹੀਟ ਐਕਸਟ੍ਰੈਕਟ ਕਰਕੇ ਠੀਕ ਹੈ ਸਰਾਊਂਡਿੰਗ ਨੂੰ ਮੋਟਰ ਦੀ ਹੈਲਪ ਨਾਲ ਅਸੀਂ ਥਰੋ ਕਰ ਦੇਣੀ। ਇਹਦਾ ਮਤਲਬ ਇਹ ਹੋਇਆ ਕਿ ਪਹਿਲੋਂ ਗੈਸ ਦੀ ਸਡਨ ਐਕਸਪੈਂਸ਼ਨ ਹੋਈ, ਉਸ ਐਕਸਪੈਂਸ਼ਨ 'ਚ ਤੁਹਾਡੀ ਗੈਸ ਜਿਹੜੀ ਸੀਗੀ ਉਹ ਲਿਕੁਇਡ ਵੇਪਰ ਮਿਕਸਚਰ 'ਚ ਕਨਵਰਟ ਹੋ ਗਈ। ਲਿਕੁਇਡ ਵੇਪਰ ਮਿਕਸਚਰ ਨੇ ਫ੍ਰਿਜ ਦੇ ਇੰਟੀਰੀਅਰ ਦੇ ਵਿੱਚੋਂ ਹੀਟ ਐਬਜ਼ੌਰਬ ਕਰ ਲੈਣੀ ਆ, ਤੇ ਉਹ ਹੀਟ ਐਬਜ਼ੌਰਬ ਕਰਕੇ ਮੋਟਰ ਦੀ ਹੈਲਪ ਨਾਲ ਠੀਕ ਹੈ, ਮੋਟਰ ਦੀ ਹੈਲਪ ਨਾਲ ਉਹ ਹੀਟ ਸਾਰੇ ਦੀ ਸਾਰੀ ਅਸੀਂ ਸਰਾਊਂਡਿੰਗ ਨੂੰ ਥਰੋ ਕਰ ਦੇਣੀ। ਇਹਦਾ ਮਤਲਬ ਅਸੀਂ ਫ੍ਰਿਜ ਦੇ ਇੰਟੀਰੀਅਰ ਦੇ ਵਿੱਚੋਂ Q2 ਹੀਟ એનર્ਜੀ ਜਿਹੜੀ ਆ ਉਹ ਗੈਸ ਦੀ ਸਰਕੂਲੇਸ਼ਨ ਦੇ ਨਾਲ ਕੱਢ ਲਈ, ਠੀਕ ਹੈ, ਮੋਟਰ ਦੀ ਹੈਲਪ ਨਾਲ ਉਹ ਹੀਟ એનર્ਜੀ ਕੱਢ ਲਈ, ਤੇ ਉਹ ਮੋਟਰ ਨੇ ਆਪਣੀ ਵੇਸਟ ਹੀਟ ਤੇ ਜਿਹੜੀ ਫ੍ਰਿਜ ਦੇ ਇੰਟੀਰੀਅਰ 'ਚੋਂ ਹੀਟ ਕੱਢੀ ਆ, ਇਹ ਸਾਰੇ ਦੀ ਸਾਰੀ ਹੀਟ એનર્ਜੀ ਜਿਹੜੀ ਆ ਉਹ ਉਹਨੇ ਸਰਾਊਂਡਿੰਗ ਨੂੰ ਥਰੋ ਕਰ ਦੇਣੀ। ਇਹ ਮਤਲਬ ਓਵਰਆਲ ਸਰਾਊਂਡਿੰਗ ਯਾਨੀ ਰੂਮ ਨੂੰ ਤੁਹਾਡੇ ਕੋਲ Q1 ਹੀਟ એનર્ਜੀ ਆ ਗਈ, ਠੀਕ ਹੈ, ਜਦ ਕਿ ਸਿੰਕ ਦੇ ਵਿੱਚੋਂ ਅਸੀਂ ਹੀਟ ਜਿਹੜੀ ਐਕਸਟ੍ਰੈਕਟ ਕੀਤੀ ਆ ਉਹ ਮੇਰੀ Q2 ਆ, ਔਰ Q2 ਲੈਸ ਦੈਨ Q1 ਆ। ਇੰਨੀ ਗੱਲ ਸਮਝ ਆਈ? ਯੈਸ ਸਰ। Yes, sir. क्या वर्किंग सारी समय लगी जड़ी बोली बेटा? ਸਰ हाँ जी ਸਰ ਜੀ ਫ੍ਰਿਜ ਵਿੱਚ ਕੁਝ ਹੋਵੇ ਨਾ ਖਾਲੀ ਆ ਤੇ ਉਹਦੇ ਕਮਰੇ ਦੀ ਹੀਟ ਹੀ ਵਿੱਚ ਜਾਈ ਜਾਣੀ ਤੇ ਬਾਹਰ ਆਈ ਜਾਣੀ ਆ। ਇਨਫੈਕਟ ਕੀ ਉਹ ਮਤਲਬ ਉਹ ਕਿਹੜਾ 100% ਐਫੀਸ਼ੀਐਂਟ ਹੁੰਦੀ ਆ, ਤੇ ਉਹ ਤੇ ਹੋਰ ਸਗੋਂ ਕੂਲ ਹੋਈ ਜਾਊਗਾ ਕਮਰਾ। नहीं बच्चे, आप ये कह रहे ना कि भी जिन्नी हीट एनर्जी उन्हें कड्डी है कमरे चो, ਉਹ ਜਿੰਨੀ ਹੀਟ ਕਮਰੇ ਚੋਂ ਚੁੱਕ ਕੇ ਕਮਰੇ ਦੇ ਪਿੱਛੇ ਸੁੱਟੀ, ਇਸ ਪ੍ਰੋਸੈਸ ਦੇ ਵਿੱਚ ਮੋਟਰ ਨੂੰ ਵਰਕ ਕਰਨਾ ਪਿਆ। ਹਾਂਜੀ ਸਰ। ਤੇ ਜੇ ਮੋਟਰ ਨੂੰ ਵਰਕ ਕਰਨਾ ਪਿਆ, ਮੋਟਰ 100% ਐਫੀਸ਼ੀਐਂਟ ਤੇ ਹੈ ਨਹੀਂ। ਇਹਦਾ ਮਤਲਬ ਆ ਜਿੰਨੀ ਮੋਟਰ ਨੂੰ ਤੁਸੀਂ ਇਲੈਕਟ੍ਰੀਕਲ એનર્ਜੀ ਦਿੰਦੇ ਪਏ ਹੋ, ਮੋਟਰ ਨੂੰ ਤਾਂ ਅਸੀਂ ਚਲਾਉਣ ਲਈ ਬਿਜਲੀ ਦਾ ਸਵਿਚ ਲਾਇਆ ਹੀ ਹੈ ਨਾ। ਯੈਸ ਸਰ। ਤੇ ਫਿਰ ਉੱਥੋਂ ਜਿਹੜੀ ਉਹਨੇ ਬਿਜਲੀ ਦੇ ਸਵਿਚ ਤੋਂ ਉਹਨੇ ਇਲੈਕਟ੍ਰੀਕਲ એનર્ਜੀ ਲਿੱਤੀ ਆ, ਉਹ ਮੋਟਰ ਨੇ ਐਸ ਸੱਚ ਇਲੈਕਟ੍ਰੀਕਲ એનર્ਜੀ ਜਦੋਂ ਯੂਟਿਲਾਈਜ਼ ਕਰਨੀ ਮਕੈਨੀਕਲ ਬਣਾਉਣ ਵਾਸਤੇ, ਤੇ ਉਹ 100% ਤਾਂ ਨਹੀਂ ਬਣਨੀ। ਯੈਸ ਸਰ। ਇਹਦਾ ਮਤਲਬ ਮੋਟਰ ਦੀ ਜਿਹੜੀ ਕੁਆਇਲਾਂ ਲੱਗੀਆਂ, ਮੋਟਰ ਦੀ ਕੁਆਇਲ ਵੀ ਤਾਂ ਹੀਟ ਹੋਊਗੀ। ਯੈਸ ਸਰ। ਇੱਕ ਉਹ ਰੂਮ ਚੋਂ ਹੀਟ ਕੱਢਦਾ ਪਿਆ, ਠੀਕ ਹੈ ਜੀ, ਤੇ ਇੱਕ ਨਾਲੋਂ ਨਾਲ ਹੀਟ ਕੱਢਣ ਲਈ ਮੋਟਰ ਖੁਦ ਹੀਟ ਹੁੰਦੀ ਪਈ ਆ। ਇਹਦਾ ਮਤਲਬ ਓਵਰਆਲ ਜਿੰਨੀ ਹੀਟ ਉਹਨੇ ਕਮਰੇ ਚੋਂ ਕੱਢੀ ਤੇ ਜਿਹੜੀ ਮੋਟਰ ਦੀ ਆਪਣੀ ਹੀਟ ਆ, ਇਹ ਸਾਰੇ ਦੀ ਸਾਰੀ ਮੁੜ ਕਮਰੇ 'ਚ ਹੀ ਆ ਗਈ। ਯੈਸ ਸਰ। ਤੇ ਇਸ ਕਰਕੇ ਜਦ ਕਿ ਜਿਹੜਾ ਏਸੀ ਹੈਗਾ ਉਹਦੇ 'ਚ ਇਹ ਆ, ਜਿਹੜੀ ਕਮਰੇ ਚੋਂ ਹੀਟ ਕੱਢੀ ਉਹ ਵੀ, ਜਿਹੜੀ ਮੋਟਰ ਨੇ ਆਪਣੇ ਆਪ ਨੂੰ ਕਹਿੰਦਾ ਜੀ ਐਸ ਸੱਚ ਆਪਣੀ ਹੀਟ ਬਣਾਈ ਉਹ ਵੀ, ਇਹ ਸਾਰੇ ਦੀ ਸਾਰੀ ਕਮਰੇ ਚੋਂ ਬਾਹਰ ਗਈ ਆ, ਠੀਕ ਹੈ। ਇਸ ਕਰਕੇ ਅਸੀਂ ਕਹਿੰਦੇ ਜੀ ਕਮਰਾ ਜਿਹੜਾ ਮੇਰਾ ਉਹ ਠੰਡਾ ਹੋ ਜਾਂਦਾ। ਕਲੀਅਰ ਆ? ਸਰ ਇਸ ਕਰਕੇ ਕਹਿੰਦੇ ਕਿ এনवायरमेंट ਜ਼ਿਆਦਾ ਗਰਮ ਹੋ ਰਿਹਾ ਇਸੇ ਕਰਕੇ। ਬਿਲਕੁਲ ਹੋ ਰਿਹਾ ਜੀ, ਇਸੇ ਲਈ ਆਪਾਂ ਸਾਰਿਆਂ ਨੇ ਏਸੀ ਨਾਲ ਹੀ ਤੇ ਤਾਂ ਫੇਰੀ ਹੋਈ ਆ। ਆਪਾਂ ਏਸੀ ਚਲਾ ਕੇ ਆਪਣਾ ਅੰਦਰਲਾ ਕਮਰਾ ਤਾਂ ਠੰਡਾ ਕਰ ਲਿਆ,
ਪਰ ਬਾਹਰ ਵਾਲਾ ਜਿਹੜਾ ਰੱਬ ਦਾ ਦਿੱਤਾ ਕਮਰਾ ਉਹ ਸਾਰੇ ਆਪਾਂ ਗਰਮ ਕਰਦੇ ਹਾਂ। ਠੀਕ ਹੈ ਯੈਸ Yes, sir. ਚਲ ਹੁਣ ਇਹਦਾ ਮੈਥਮੈਟੀਕਲ ਕੰਪਲੀਟ ਕਰੀਏ। ਠੀਕ ਹੈ ਜਲਦੀ ਜਲਦੀ। ਇਹਦੇ ਚ ਆਪਣੇ ਕੋਲ ਐਸਾ ਚ ਜਿਹੜੀ ਹੀਟ એનર્ਜੀ ਆਪਾਂ ਐਕਸਟ੍ਰੈਕਟ ਕੀਤੀ ਬੇਟਾ ਸੇਮ ਪਿਛਲੇ ਵਕਤ ਨਹੀਂ ਫਰਸਟ ਲਾਅ ਲਗਾਵਾਂਗੇ। ਠੀਕ ਹੈ ਕੰਪੋਨੈਂਟ ਇਹਦੇ ਉਹੀ ਨੇ। ਫਿਰ ਬਾਰ ਇੱਕ ਚੀਜ਼ ਹੋਰ ਕੰਪਲੀਟ ਕਰ ਲਾਂ, ਕੰਪੋਨੈਂਟ ਦੇ ਵੀ ਤਿੰਨ ਹੀ ਨੇ, ਸਿੰਕ, ਵਰਕਿੰਗ ਸਬਸਟੈਂਸ ਤੇ ਸੋਰਸ। ਕਰੈਕਟਰਿਸਟਿਕ ਵੀ ਉਹਨਾਂ ਦੀਆਂ ਉਹੀ ਆ ਕਿ ਸਿੰਕ ਹਮੇਸ਼ਾ ਮੇਰੇ ਕੋਲ ਇਨਫਾਈਨਾਈਟ ਥਰਮਲ ਕੈਪੈਸਿਟੀ ਵਾਲਾ ਐਂਡ ਆਲਵੇਜ਼ ਕੈਪਟ ਐਟ ਲੋ ਟੈਂਪਰੇਚਰ। source ਮੇਰੇ ਕੋਲ infinite thermal capacity ਵਾਲਾ and always kept at a high temperature। working substance ਮੇਰੀ ideal gas ਹੋ ਗਈ ਜਿਹਦੀ compression ਤੇ expansion study ਕਰਦੇ ਪਏ। clear ਇੰਨੀ ਗੱਲ? Yes, sir. ਯੈਸ ਸਰ ਓਏ ਗਵਾਚ ਤਾਂ ਨਹੀਂ? ਚਲੋ ਸੋ ਇਹਦਾ ਮੈਥਮੈਟੀਕਲ ਜਿਹੜਾ ਆ ਜਾਏਗਾ ਉਹਦੇ ਚ ਆਪਾਂ ਫਿਰ ਐਸੇ ਚੁੱਕਦੇ ਲਵਾਂਗੇ ਅਕੋਰਡਿੰਗ ਟੂ first law of thermodynamics। dq equal to du plus dw। ਹੁਣ ਇਹ ਚ ਟਰਮ ਬੇਟਾ ਫਿਰ ਉਸੇ ਵੇ ਨਾ ਇੰਟਰਨਲ એનર્ਜੀ ਜਿਹੜੀ ਆ ਉਹ ਸਾਈਕਲਿਕ ਮੈਨਰ ਚ ਵਰਕ ਕਰਨ ਕਰਕੇ ਉਹਦੀ ਚੇਂਜ 0 ਆ। ਠੀਕ ਹੈ ਜੀ ਐਜ਼ du equal to 0। ਦੂਜਾ ਜਿਹੜਾ dq ਆ ਹੁਣ ਜੇ ਮੈਂ dq ਲਿਖਿਆ ਤਾਂ ਜਿਹੜੀ ਚੇਂਜ ਇਨ ਹੀਟ એનર્ਜੀ ਆ ਉਹ ਮੇਰੇ ਕੋਲ q2 q1 ਆ ਜੋ। ਯੈਸ Yes, sir. वैल्यू q2 q1 ਆ और अगली टर्म समझ लियो वर्क डन ਅਸੀਂ ਕਹਿੰਦੇ ਜੀ ਐਸਐਚ ਮੇਰੇ ਕੋਲ -w ਆਏਗਾ। ਮਾਈਨਸ ਕਿਉਂ ਲਗਾ ਕੇ ਚੱਲਦਾ ਪਿਆ ਉਹਦਾ ਕਾਰਨ ਫਿਰ ਉਹੀ ਸੇਮ ਹੋਏਗਾ। ਇਸ ਮੂਵਮੈਂਟ ਤੇ ਵੀ ਹੈਵ ਟੂ ਡੂ ਵਰਕ ਕਹਿੰਦਾ ਜੀ ਵਿਦ ਦਾ ਹੈਲਪ ਆਫ ਇਲੈਕਟ੍ਰਿਕ ਮੋਟਰ ਔਨ ਦਾ ਵਰਕਿੰਗ ਸਬਸਟੈਂਸ। ਯਾਨੀ ਇਸ ਕੇਸ ਦੇ ਵਿੱਚ ਵਰਕ ਡਨ ਜਿਹੜਾ ਵਾ ਉਹ ਮੋਟਰ ਨੇ ਪਰਫਾਰਮ ਕੀਤਾ ਵਾ। ਠੀਕ ਹੈ ਔਨ ਦਾ ਗੈਸ ਕੀਤਾ ਵਾ ਤੇ ਜਿਹੜਾ ਵਰਕ ਔਨ ਦਾ ਗੈਸ ਹੋਵੇ that always taken to be negative। ਯੈਸ ਸਰ ਇਸ ਲਈ ਜਿਹੜਾ ਵਰਕ ਹੋਏਗਾ ਉਹ ਮੇਰੇ ਕੋਲ ਐਸਐਚ -w ਆ ਤਿੰਨੇ ਵੈਲਿਊ ਜੇ ਚ ਪੁੱਟ ਅਪ ਕਰ ਲਈਏ ਤੇ ਅਲਟੀਮੇਟ ਸਾਡੇ ਕੋਲ ਰਿਜ਼ਲਟ ਜਿਹੜਾ ਆ ਜਾਏਗਾ q2 q1 equal to -w और ਇਥੋਂ w ਡਿਫਾਈਨ ਕਰ ਦਈਏ ਤੇ ਟਰਮ ਬਣ ਜਾਏਗੀ q1 q2। ਕਿੰਨਾ ਕਲੀਅਰ ਜੀ? ਯੈਸ ਸਰ Yes, sir. yes ਚਲੋ ਇਹਨਾਂ ਮੇਰਾ ਮਕੈਨੀਕਲ ਜਿਹੜਾ ਇਹਨਾਂ ਮੇਰਾ ਇਸ ਕੇਸ ਦੇ ਅੰਦਰ ਕਹਿੰਦਾ ਜੀ ਜਿਹੜਾ ਵਰਕ ਹੋਇਆ ਔਰ ਇਹਦੇ ਅਗੇਂਸਟ ਜਿਹੜੀ ਹੀਟ એનર્ਜੀ ਹੈ ਨਾ ਅਸੀਂ ਐਕਸਟ੍ਰੈਕਟ ਕੀਤੀ ਆ ਉਹ ਬੇਟਾ ਐਸਐਚ ਸਿੰਕ ਵਾਲੇ ਪੋਰਸ਼ਨ ਚੋਂ q2 ਕੀਤੀ। ਯੈਸ ਸਰ ਅਦਿੱਤਿਆ ਕਲੀਅਰ ਆ? ਸਚਲੀਨ Yes, sir. ਸક્ષਮ Yes, sir. ਇਹਨਾਂ ਕਲੀਅਰ ਆ ਜੀ? ਨਮਨ ਮੁਸਕਾਨ Yes, sir. ਚਲੋ ਹੁਣ ਇਹਦੇ ਵਿੱਚ ਐਸਐਚ ਜਿੱਦਾਂ ਫ੍ਰਿਜ ਉਹਦੇ ਚ ਅਸੀਂ ਬੇਟਾ ਜਿਹੜਾ ਪਿਛਲਾ ਟੌਪਿਕ ਕਰ ਰਹੇ ਸੀਗੇ ਉਹ ਚ ਅਸੀਂ ਡਿਫਾਈਨ ਕੀਤਾ ਵਾ ਜਿਹੜਾ ਪਿਛਲਾ ਟੌਪਿਕ ਆ ਉਹ ਚ ਅਸੀਂ ਐਸਐਚ ਐਫੀਸ਼ੀਐਂਸੀ ਨਾਮ ਨਾਲ ਆਪਾਂ ਵਰਡ ਦਿੱਤਾ ਸੀ ਉਹਦੀ ਐਫੀਸ਼ੀਐਂਸੀ ਵਾਸਤੇ ਨਾ ਉਹਦੀ ਕਿੰਨੀ ਆਊਟਪੁੱਟ ਤੇ ਉਹਦੇ ਅਗੇਂਸਟ ਇਨਪੁੱਟ ਕਿੰਨੀ। ਇਹ ਚ ਜਿਹੜੀ ਟਰਮ ਆ ਉਹਨੂੰ ਅਸੀਂ ਡਿਫਾਈਨ ਕਰਦੇ ਆ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਆਫ ਰੈਫਰੀਜਰੇਟਰ। ਹੈ ਐਫੀਸ਼ੀਐਂਸੀ ਆ ਹੈ ਐਫੀਸ਼ੀਐਂਸੀ ਆਫ ਰੈਫਰੀਜਰੇਟਰ ਆ ਬਟ ਉਹਦੇ ਲਈ ਅਸੀਂ ਟਰਮ ਯੂਜ਼ ਜਿਹੜੀ ਕਰਦੇ ਪਏ ਉਹਨੂੰ ਅਸੀਂ ਵਰਡ ਦਿੰਨੇ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਆਫ ਰੈਫਰੀਜਰੇਟਰ। ਠੀਕ ਹੈ ਐਫੀਸ਼ੀਐਂਸੀ ਦਾ ਸਿੰਬਲ ਅਸੀਂ ਈਟਾ ਡਿਫਾਈਨ ਕਰ ਦਿੱਤਾ। ਕੋਐਫੀਸ਼ੀਐਂਟ ਆਫ ਪਰਫਾਰਮੈਂਸ ਆਫ ਰੈਫਰੀਜਰੇਟਰ ਦਾ ਸਿੰਬਲ ਅਸੀਂ ਬੀਟਾ ਡਿਫਾਈਨ ਕਰਦੇ ਪਏ। क्या टर्म समझ लगी? ਯੈਸ ਸਰ ਕੋਐਫੀਸ਼ੀਐਂਟ ਕਮਾ ਦੋਨੋਂ ਟਰਮ ਦਾ ਮਤਲਬ ਆਊਟਪੁੱਟ ਬਾਈ ਇਨਪੁੱਟ ਆ। ਠੀਕ ਹੈ ਉੱਥੇ ਆਊਟਪੁੱਟ ਮਕੈਨੀਕਲ ਵਰਕ ਸੀਗਾ ਤੇ ਇਨਪੁੱਟ ਹੀਟ એનર્ਜੀ ਸੀਗੀ। ਇੱਥੇ ਜਿਹੜੀ ਆਊਟਪੁੱਟ ਹੈਗੀ ਆ ਉਹ ਮੇਰੀ ਹੀਟ ਆ ਜਿਹੜੀ ਅਸੀਂ ਸਿੰਕ ਚੋਂ ਕੱਢੀ ਆ। ਸੋਰਸ ਨੂੰ ਕਿੰਨੀ ਗਈ ਆ ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹਨਾ। ਅਸੀਂ ਜਿਹੜੀ ਫ੍ਰਿਜ ਦੇ ਅੰਦਰਲਾ ਪਾਸਾ ਠੰਡਾ ਕੀਤਾ ਵਾ ਕਮਰੇ ਨੂੰ ਜਿਹੜਾ ਅਸੀਂ ਠੰਡਾ ਕੀਤਾ ਉਸ ਪ੍ਰੋਸੈਸ ਦੇ ਅੰਦਰ ਮੇਰੇ ਲਈ ਤਾਂ q2 ਹੀਟ ਨਿਕਲੀ ਆ
हाँ मोटर ने अपनी हीट मिला के टोटल कमरे तो बाहर Q1 भावें कड्डी आ, पर ਜਿਹੜੀ ਹੀਟ એનર્ਜੀ ਅਸੀਂ ਰੂਮ ਚੋਂ ਐਕਸਟ੍ਰੈਕਟ ਕੀਤੀ ਉਹ ਮੇਰੀ ਆਊਟਪੁੱਟ ਹੋਏਗੀ। ਯੈਸ ਸਰ। Yes, sir. ਇੱਥੇ ਪਰਫਾਰਮੈਂਸ ਅਸੀਂ ਡਿਫਾਈਨ ਕਰਨੀ ਆਊਟਪੁੱਟ ਬਾਈ ਇਨਪੁੱਟ। ਆਊਟਪੁੱਟ ਤੁਸੀਂ Q2 ਕੱਢੀ ਆ, ਆਊਟਪੁੱਟ ਤੁਸੀਂ Q2 ਕੱਢੀ ਆ, ਔਰ ਇਹਦੇ ਲਈ ਜਿਹੜਾ ਅਸੀਂ ਵਰਕ ਪਰਫਾਰਮ ਕੀਤਾ ਮੋਟਰ ਦੀ ਹੈਲਪ ਨਾਲ ਉਹ ਮੇਰਾ W ਆ, ਯਾਨੀ Q2 ਬਾਈ W। ਬੇਟੇ ਦੇਖਣ ਦੇ ਵਿੱਚ ਇੱਕ ਚੀਜ਼ ਦਾ ਭੁਲੇਖਾ ਪੈਣਾ ਵਾ, ਆਪਾਂ ਈਟਾ ਡਿਫਾਈਨ ਕੀਤਾ ਸੀ ਤੇ ਈਟਾ ਆਪਾਂ ਲਿਖਿਆ ਸੀ ਵਰਕ ਬਾਈ Q1, ਠੀਕ ਹੈ। ਤੇ ਉੱਥੇ ਮੈਨੂੰ ਲੱਗਦਾ ਜੇ ਅਸੀਂ ਆਊਟਪੁੱਟ ਬਾਈ ਇਨਪੁੱਟ ਬੋਲਿਆ ਤੇ ਗਲਤੀ ਨਾ ਕਿਤੇ ਇਹ ਤਾਂ ਨਹੀਂ ਕਿ ਇੱਥੇ ਇਨਪੁੱਟ ਬਾਈ ਆਊਟਪੁੱਟ ਆ, ਕਹਿੰਦਾ ਨਹੀਂ ਇਹ ਵੀ ਆਊਟਪੁੱਟ ਬਾਈ ਇਨਪੁੱਟ ਸੀਗੀ, ਆ ਵੀ ਟਰਮ ਆਊਟਪੁੱਟ ਬਾਈ ਇਨਪੁੱਟ ਆ। ਉੱਥੇ ਮਕੈਨੀਕਲ ਵਰਕ ਆਊਟਪੁੱਟ ਸੀਗੀ ਤੇ Q1 ਸੋਰਸ ਤੋਂ ਲਿੱਤੀ ਹੋਈ ਹੀਟ એનર્ਜੀ ਸੀਗੀ ਇਨਪੁੱਟ ਦੀ ਫਾਰਮ 'ਚ। ਇੱਥੇ Q2 ਤੁਹਾਡੀ ਆਊਟਪੁੱਟ ਹੀਟ એનર્ਜੀ ਜਿਹੜੀ ਰੂਮ 'ਚੋਂ ਅਸੀਂ ਐਕਸਟ੍ਰੈਕਟ ਕੀਤੀ ਆ, ਔਰ ਇਹਦੇ ਲਈ ਮੋਟਰ ਨੇ ਜਿਹੜਾ ਵਰਕ ਕੀਤਾ ਉਹ W ਆ, ਯਾਨੀ ਇਹ ਮੇਰਾ ਇਨਪੁੱਟ ਕੀਤਾ ਹੋਇਆ ਵਰਕ ਆ ਮੇਰੀ ਆਊਟਪੁੱਟ ਕੱਢੀ ਹੋਈ ਹੀਟ એનર્ਜੀ ਆ। ਕਿਆ ਇੰਨੀ ਗੱਲ ਕਲੀਅਰ? ਯੈਸ ਸਰ। Yes, sir. Yes, sir. Yes, sir. ਇਹਦੇ ਅਕੋਰਡਿੰਗਲੀ ਜੇ ਆਪਾਂ ਡਿਫਾਈਨ ਕਰੀਏ ਤੇ W ਆਪਣੇ ਕੋਲ ਹੈਗਾ ਜਿਹੜਾ ਸੋ ਟਰਮ ਆ ਜਾਏਗੀ Q2 ਓਵਰ Q1 ਮਾਈਨਸ Q2, ਯਾਨੀ ਇੰਨੀ ਮੇਰੇ ਕੋਲ ਜਿਹੜੀ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਦੀ ਵੈਲਿਊ ਆ, ਠੀਕ ਹੈ। ਇਸੇ ਚੀਜ਼ ਨੂੰ ਜੇ ਮੈਂ ਐਸਐਚ Q2 Q1 ਦੀ ਜਗ੍ਹਾ ਤੇ T2 ਤੇ T1 ਦੀ ਫਾਰਮ 'ਚ ਲਿਖਣਾ, ਅੱਗੇ ਜਾ ਕੇ ਇੱਕ ਰਿਲੇਸ਼ਨ ਪ੍ਰੂਵ ਕਰਾਂਗਾ, ਇਸ ਵੇਲੇ ਸਿੱਧਾ ਲਿਖਣ ਲੱਗਿਆ। ਜੇ ਮੈਂ ਇਹਨੂੰ ਐਸਐਚ ਟੈਂਪਰੇਚਰ 'ਚ ਕਨਵਰਟ ਕਰਨਾ ਤੇ ਆਪਾਂ ਇਹਨੂੰ ਇਸ ਵੇ ਨਾਲ ਡਿਫਾਈਨ ਕਰ ਲਾਂਗੇ Q2 ਬਾਈ Q1, ਠੀਕ ਹੈ। ਦੋਨੋਂ ਪਾਸੇ ਅਸੀਂ ਐਸਐਚ ਨਿਊਮੀਨੇਟਰ ਤੇ ਡਿਨੋਮੀਨੇਟਰ ਨੂੰ Q1 ਨਾਲ ਡਿਵਾਈਡ ਕਰਨ ਲੱਗੇ। Q2 ਬਾਈ Q1 ਓਵਰ ਆ ਗਿਆ 1 ਮਾਈਨਸ Q2 ਬਾਈ Q1। ਕਲੀਅਰ ਆ? ਯੈਸ ਸਰ। Yes, sir. Yes, sir. ਆਪਣੇ ਕੋਲ ਰਿਲੇਸ਼ਨ ਹੈਗਾ ਜਿਹੜਾ ਅੱਗੇ ਜਾ ਕੇ ਜੇ ਆਪਾਂ ਡਰਾਈਵ ਕਰਾਂਗੇ ਉਹ ਆ ਰਿਲੇਸ਼ਨ ਹੋਏਗਾ, ਬਟ Q2 ਬਾਈ Q1, ਠੀਕ ਹੈ, ਜਿਹੜੀ ਹੀਟ એનર્ਜੀ ਦੀ ਰੇਸ਼ੋ ਆ ਇਟ ਸ਼ੁੱਡ ਬੀ ਰਿਟਨ ਇਕੁਅਲ ਟੂ એનર્ਜੀ ਟੈਂਪਰੇਚਰ ਰੇਸ਼ੋ, ਯਾਨੀ Q2 ਬਾਈ Q1 ਦੀ ਰੇਸ਼ੋ, ਠੀਕ ਹੈ, ਤੇ ਉਧਰੋਂ T2 ਬਾਈ T1 ਦੀ ਰੇਸ਼ੋ ਆਪਸ ਵਿੱਚ ਇਕੁਅਲ ਆ। ਇਹ ਅਸੀਂ ਪ੍ਰੂਵ ਵੀ ਕਰਾਂਗੇ। ਇਸ ਮੂਮੈਂਟ ਤੇ ਇਹਨੂੰ ਡਾਇਰੈਕਟ ਇੱਥੇ ਯੂਜ਼ ਕਰ ਰਿਹਾ ਤੇ ਆਪਣਾ ਰਿਲੇਸ਼ਨ ਜਿਹੜਾ ਹੋਏਗਾ therefore ਬੀਟਾ ਦਾ ਫਾਰਮੂਲਾ ਆ ਜਾਏਗਾ T2 ਬਾਈ T1 ਓਵਰ 1 ਮਾਈਨਸ T2 ਬਾਈ T1, ਠੀਕ ਹੈ। ਇਹਨੂੰ ਰੀਅਰੇਂਜ ਕਰ ਲਵਾਂ ਤੇ ਅਲਟੀਮੇਟ ਆਹੀ ਰਿਲੇਸ਼ਨ ਮੇਰੇ ਕੋਲ ਜਿਹੜਾ ਆਪਾਂ ਲਿਖਿਆ ਸੀ ਸੇਮ ਇਸੇ ਪੈਟਰਨ ਤੇ ਇਹਨੂੰ ਟੈਂਪਰੇਚਰ ਦੀ ਫਾਰਮ 'ਚ ਲਿਖ ਲਾਂਗਾ T2 ਓਵਰ T1 ਮਾਈਨਸ T2, ठीक है, यानी बीटा में इक्वल T2 ओवर T1 माइनस T2 के बराबर आ गया। क्या आ गल क्लियर है? यस सर। Yes, sir. एक क्वेश्चन ऐड कर रहे हैं, ये च T1 की चीज है जी, कोई सोर्स टेंपरेचर ਅਸੀਂ ਕਹਿੰਦੇ ਜੀ ਜੇਕਰ ਐਸਾ ਚ ਕਮਰੇ ਚ ਰੈਫਰੀਜਰੇਟਰ ਪਿਆ ਵਾ ਤੇ ਕਮਰਾ ਮੇਰਾ ਸੋਰਸ ਹੋ ਗਿਆ। यस सर। Yes, sir. Yes, sir. ये कमरा मेरा सोर्स हो गया ते ਇਹਦਾ ਮਤਲਬ ਹੋ ਗਿਆ ਕਮਰੇ ਦਾ ਟੈਂਪਰੇਚਰ ਆਲਮੋਸਟ ਕਾਂਸਟੈਂਟ ਹੀ ਰਹਿੰਦਾ ਵਾ, ਬਹੁਤ ਜ਼ਿਆਦਾ ਚੇਂਜ ਨਹੀਂ ਆਉਂਦੀ। ਇਹਦਾ ਮਤਲਬ T1 ਆਲਮੋਸਟ ਮੇਰਾ ਜੇ ਕਮਰਾ 40 ਡਿਗਰੀ ਤੇ ਆ ਤੇ ਆਲਮੋਸਟ 40 ਦੇ ਆਸ-ਪਾਸ ਹੀ ਆ, ਪਰ ਫ੍ਰਿਜ ਦੇ ਅੰਦਰੋਂ ਠੰਡੇ ਹੋਈ ਜਾਣ ਦੇ ਨਾਲ ਉਹਦਾ T2 ਵਾਲਾ ਟੈਂਪਰੇਚਰ ਜਿਹੜਾ that will going on decreasing। यस सर। ਆ ਗੱਲ ਸਮਝੋ ਧਿਆਨ ਨਾਲ, ਜਿਹੜਾ T2 ਆ ਇਹ ਤੁਹਾਡੇ ਫ੍ਰਿਜ ਦੇ ਇੰਟੀਰੀਅਰ ਪੋਰਸ਼ਨ ਦਾ ਟੈਂਪਰੇਚਰ ਆ ਜਿਹਨੂੰ ਅਸੀਂ ਸਿੰਕ ਕਹਿੰਦੇ ਪਏ ਆ, ਤੇ ਜਿੱਦਾਂ ਜਿੱਦਾਂ ਤੁਹਾਡੇ ਐਸਐਚ ਰੈਫਰੀਜਰੇਟਰ ਦੇ ਅੰਦਰ ਕੂਲਿੰਗ ਵਧਦੀ ਜਾ ਰਹੀ ਆ ਹਨਾ, ਇਹਦਾ ਮਤਲਬ T2 ਉਹਦਾ ਡਿਕਰੀਜ਼ ਹੁੰਦਾ ਜਾ ਰਿਹਾ। यस सर। ਉਹ ਬੱਚੇ ਬਾਕੀ ਸਾਰਿਆਂ ਨੂੰ ਗੱਲ ਸਮਝ ਲੱਗਦੀ ਪਈ? Yes, sir. Yes, Sir. ਮੇਰਾ ਡਿਕਰੀਜ਼ ਹੋ ਰਿਹਾ, T2 ਦੇ ਡਿਕਰੀਜ਼ ਹੋਣ ਕਰਕੇ ਆ ਡਿਫਰੈਂਸ ਆਫ ਟੈਂਪਰੇਚਰ ਜਿਹੜਾ ਇਹ ਵੱਧਦਾ ਜਾਊ। yes, ਜੇ ਡਿਫਰੈਂਸ ਆਫ ਟੈਂਪਰੇਚਰ ਮੇਰਾ ਵੱਧਦਾ ਜਾਏਗਾ ਤੇ ਆ ਬੀਟਾ ਇਸ ਡਿਫਰੈਂਸ ਦੇ ਰੈਸੀਪ੍ਰੋਕਲ ਆ। ਇਹ ਮਤਲਬ ਜੇ ਡਿਫਰੈਂਸ ਆਫ ਟੈਂਪਰੇਚਰ ਮੇਰਾ ਵੱਧਦਾ ਜਾਏਗਾ ਤੇ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਆਫ ਰੈਫਰੀਜਰੇਟਰ ਜਿਹੜੀ ਆ ਉਹ ਘਟਦੀ ਜਾਊਗੀ। Yes, sir. यस सर। ਇੱਕ ਕੁਐਸਚਨ ਐਡ ਕਰਨ ਲੱਗਿਆ, ਕੁਐਸਚਨ ਐਡ ਕਰਦੇ ਕਹਿੰਦਾ ਵਾਈ ਸ਼ੁੱਡ ਬੀ ਡੀਫਰੋਸਟ ਦਾ ਰੈਫਰੀਜਰੇਟਰ। ਅਸੀਂ ਫ੍ਰਿਜ ਨੂੰ ਜਿਹੜਾ ਵਾ ਉਹ ਐਸ ਸੱਚ ਕਹਿੰਦਾ ਜੀ ਅਸੀਂ ਕੀ ਕਹਿੰਦੇ ਫ੍ਰਿਜ ਦੀ ਡੀਫਰੋਸਟਿੰਗ ਕਰਨੀ ਚਾਹੀਦੀ ਆ।
ਪਤਾ ਇਸ ਵਰਡ ਦਾ ਜੋ ਲਿਖਿਆ ਡੀਫਰੋਸਟ? ਨੋ ਸਰ। Yes, sir. ਫਰੋਸਟਿੰਗ ਹੁੰਦੀ ਆ ਕਿ ਵੀ ਫ੍ਰਿਜ ਦੇ ਫਰੋਸਟ ਬਰਫ਼ ਨੂੰ ਕਹਿੰਦੇ ਬੇਟਾ, ਰਿਮੂਵਲ ਆਫ ਆਈਸ। ਅਸੀਂ ਕਹਿੰਦੇ ਜਿਹੜਾ ਫ੍ਰੀਜ਼ਰ ਵਾਲਾ ਪੋਰਸ਼ਨ, ਜਿਹੜਾ ਸਾਡਾ ਫ੍ਰੀਜ਼ਰ ਵਾਲਾ ਪੋਰਸ਼ਨ ਹੈ ਨਾ, ਉਹਦੇ ਅੰਦਰ ਬਰਫ਼ ਜਿਹੜੀ ਹੈ ਨਾ, ਉਹ ਜਿੱਦਾਂ ਜਿੱਦਾਂ ਬਰਫ਼ ਜੰਮੀ ਜਾਂਦੀ ਪਈ ਆ, ਉਹਦੇ ਅੰਦਰ ਬਹੁਤ ਜ਼ਿਆਦਾ ਬਰਫ਼ ਜੰਮੀ ਜਾਂਦੀ ਪਈ। ਅਸੀਂ ਕਹਿੰਦੇ ਜੀ ਇਹ ਨਾ ਮੋਟਰ ਦੇ ਭਾਰ ਪੈਂਦਾ। ਜੇ ਇਹਨੂੰ ਅਸੀਂ ਸਿੰਪਲ ਲੇਮਨ ਲੈਂਗੁਏਜ ਬੋਲੀਏ ਤਾਂ ਅਸੀਂ ਕਹਿੰਦੇ ਜੀ ਜਿੱਦਾਂ ਦਾ ਫ੍ਰੀਜ਼ਰ ਦੇ ਅੰਦਰ ਬਰਫ਼ ਜੰਮਦੀ ਹੈ ਨਾ, ਇਹਨਾਂ ਤੁਹਾਡੀ ਮੋਟਰ ਤੇ ਭਾਰ ਪੈਂਦਾ ਤੇ ਇਹਨੂੰ ਡੀਫਰੋਸਟ ਕਰੋ। ਹੁਣ ਇਹ ਚੀਜ਼ ਜਿਹੜੀ ਹੈਗੀ, ਜਿਹੜੇ ਵਰਡ ਯੂਜ਼ ਕਰਦਾ ਪਿਆ, ਜਿਹੜੇ ਨਵੇਂ ਫ੍ਰਿਜ ਨੇ, ਜਿਹੜੇ ਅੱਜ ਕੱਲ ਆਪਣੀ ਟੈਕਨੋਲੋਜੀ ਦੇ ਫ੍ਰਿਜ ਆ ਰਹੇ ਆ, ਉਹਨਾਂ 'ਚ ਡੀਫਰੋਸਟਿੰਗ ਜਿਹੜੀ ਆ ਉਹ ਆਟੋਮੈਟਿਕ ਆ। ਪਰ ਜਿਹੜੇ ਕਿਤੇ ਪੁਰਾਣੇ ਟਾਈਮ ਦੇ ਫ੍ਰਿਜ ਨਾ, ਉਹਨਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਵੀ ਫ੍ਰੀਜ਼ਰ ਵਾਲੇ ਪੋਰਸ਼ਨ ਦੇ ਅੰਦਰ ਬਰਫ਼ ਜਿਹੜੀ ਨਾ ਉਹ ਪਹਾੜਾਂ ਕੰਨ ਜੰਮ ਜਾਂਦੀ ਸੀ, ਮਤਲਬ ਜੰਮੀ ਜਾਂਦੀ ਕਿੰਨੇ ਅੰਦਰ ਢੇਰ ਲੱਗ ਜਾਂਦਾ ਸੀ ਬਰਫ਼ ਦਾ। ਉਹਦੇ ਕਰਕੇ ਕੀ ਪ੍ਰੋਬਲਮ ਆਉਂਦੀ ਆ ਕਿ ਜਿਹੜੀਆਂ ਸਾਰੀਆਂ ਉਹਦੀਆਂ ਵਾਲਸ ਨੇ, ਉਹਦੀਆਂ ਵਾਲਸ ਦੇ ਵਿੱਚ ਕਾਪਰ ਪਾਈਪ ਘੁੰਮਦੀ ਪਈ ਹੈ, ਤੇ ਜੇਕਰ ਉਹਦੇ ਅੰਦਰ ਕਾਪਰ ਪਾਈਪ ਲੱਗੀ ਆ ਤੇ ਜਦੋਂ ਉਹ ਐਸਾ ਚ ਬਰਫ਼ ਜੰਮੀ ਜਾਂਦੀ ਪਈ ਤੇ ਉਹਦੀ ਕੂਲਿੰਗ ਜਿਹੜੀ ਉਸ ਮੂਵਮੈਂਟ ਤੇ ਫ੍ਰਿਜ ਦੀ ਮੋਟਰ ਤੇ ਜ਼ੋਰ ਪਾ ਰਹੀ ਆ। ਫਿਰ ਉਸ ਮੂਵਮੈਂਟ ਤੇ ਅਸੀਂ ਕੀ ਕਰਦੇ ਸੀਗੇ, ਜਦੋਂ ਇੰਨੀ ਹੈਵੀ ਅਮਾਉਂਟ ਚ ਬਰਫ਼ ਜੰਮ ਜਾਂਦੀ ਨਾ ਫ੍ਰੀਜ਼ਰ ਦੇ ਅੰਦਰ, ਠੀਕ ਹੈ, ਉਹਦੀ ਵਾਲ ਦੇ ਉੱਤੇ, ਤੇ ਅਸੀਂ ਕਹਿੰਦੇ ਸੀ ਉੱਥੇ ਇੱਕ ਬਟਨ ਲੱਗਿਆ ਹੁੰਦਾ ਸੀਗਾ, ਉਹਨੂੰ ਅਸੀਂ ਕਹਿੰਦੇ ਜੀ ਇਹ ਡੀਫਰੋਸਟ ਦਾ ਬਟਨ। ਠੀਕ ਹੈ, ਕਿ ਜਦੋਂ ਤੁਹਾਨੂੰ ਲੱਗੇ ਫ੍ਰੀਜ਼ਰ 'ਚ ਬਹੁਤ ਜ਼ਿਆਦਾ ਬਰਫ਼ ਜੰਮ ਗਈ ਨਾ ਸਾਈਡਾਂ ਦੇ ਉੱਤੇ, ਠੀਕ ਹੈ, ਤੁਸੀਂ ਡੀਫਰੋਸਟ ਕਰ ਦਿਓ। ਤੇ ਜਦੋਂ ਤੁਸੀਂ ਡੀਫਰੋਸਟ ਕਰਦੇ ਹੋ, ਇਹਦਾ ਰਿਮੂਵਲ ਆਫ ਫਰੋਸਟ ਕਰਦੇ ਪਏ ਹੋ, ਤੇ ਬੇਸਿਕਲੀ ਬੇਟਾ ਤੁਸੀਂ T2 ਨੂੰ ਚੇਂਜ ਕਰਾ ਰਹੇ। ਜਿਹੜੀ ਫ੍ਰਿਜ ਦੇ ਅੰਦਰ ਉਸ ਫ੍ਰੀਜ਼ਰ ਪੋਰਸ਼ਨ 'ਚ ਬਹੁਤ ਜ਼ਿਆਦਾ ਕੂਲਿੰਗ ਬਣ ਗਈ ਆ, ਬਰਫ਼ ਜੰਮ ਗਈ ਆ, ਠੀਕ ਹੈ, ਤੁਸੀਂ ਉੱਥੇ ਜਦੋਂ ਉਹਨੂੰ ਮੈਲਟ ਕਰਨਾ ਲਾ ਦਿੰਦੇ ਹੋ ਤੇ T2 ਤੁਹਾਡਾ ਵਧਣਾ ਸ਼ੁਰੂ ਹੋ ਜਾਂਦਾ ਹੈ ਨਾ। T2 ਮੇਰਾ ਵਧਣਾ ਸ਼ੁਰੂ ਹੋ ਜਾਣਾ, ਤੇ ਜਦੋਂ T2 ਮੇਰਾ ਵਧਣਾ ਸ਼ੁਰੂ ਹੋ ਗਿਆ, ਆ ਡਿਫਰੈਂਸ ਮੇਰਾ ਘਟ ਜਾਏਗਾ ਸਰ। ਮੈਂ ਇੰਨੀ ਜਾਨ ਲਾ ਕੇ ਕੰਮ ਕਰਾ ਰਿਹਾ ਔਰ ਘਟ ਗਿਆ ਸਰ ਘਟ ਜਾਊਗਾ। ਘੱਟ ਜੂਗਾ ਸਰ। ਇਹਦਾ ਮਤਲਬ T2 ਮੇਰਾ ਜਿਹੜਾ T2 ਹੋਏਗਾ ਉਹਦੇ ਇਨਕਰੀਜ਼ ਕਰਨ ਕਰਕੇ ਡਿਫਰੈਂਸ ਮੇਰਾ ਘਟੇਗਾ, ਔਰ ਡਿਫਰੈਂਸ ਦੇ ਘਟਣ ਕਰਕੇ ਬੀਟਾ ਮੇਰਾ ਇਨਕਰੀਜ਼ ਹੋ ਜੂ। ਯੈਸ ਸਰ। ਹੋ ਗਿਆ ਕਿ ਯੈਸ ਸਰ। ਜੇ ਮੈਂ ਰੈਫ੍ਰਿਜਰੇਟਰ ਦੀ ਐਫੀਸ਼ੀਐਂਸੀ ਵਧਾਣੀ ਆ ਤੇ ਜਿਹੜਾ ਮੈਨੂੰ ਫ੍ਰੀਜ਼ਰ ਹੋਏਗਾ ਉਹਨੂੰ ਐਸ ਚ ਟਾਈਮ ਟੂ ਟਾਈਮ ਡੀਫਰੋਸਟ ਕਰਨਾ ਪਏਗਾ, ਕਿਉਂਕਿ ਜਦੋਂ ਦੀ ਡੀਫਰੋਸਟਿੰਗ ਕਰੋਗੇ ਤੇ ਉਹਨੇ ਆ T2 ਨੂੰ ਇਨਕਰੀਜ਼ ਕਰਨਾ, ਔਰ ਇਹਦੇ ਇਨਕਰੀਜ਼ ਹੋਣ ਕਰਕੇ ਡਿਫਰੈਂਸ ਮੇਰਾ ਡਿਕਰੀਜ਼ ਕਰੇਗਾ, ਔਰ ਡਿਫਰੈਂਸ ਦੇ ਡਿਕਰੀਜ਼ ਕਰਨ ਕਰਕੇ ਬੀਟਾ ਮੇਰਾ ਉਹ ਇਨਕਰੀਜ਼ ਕਰੇਗਾ। क्या ਇੰਨੀ ਗੱਲ ਕਲੀਅਰ ਆ? ਯੈਸ ਸਰ। ਯੈਸ ਸਰ। Yes, sir. ਹੁੰਦਾ ਪਿਆ ਇਹ ਡਿਸਕਸ਼ਨ ਚ ਦਿੱਤੇ ਆ ਬੇਟਾ, ਜਿੱਥੇ ਐਸਐਚ ਹੀਟ ਪੰਪ ਦਿੱਤਾ ਉਹਦੀ ਡਿਸਕਸ਼ਨ ਚ ਪੁਆਇੰਟ ਦਿੱਤੇ ਹੋਏ ਆ, ਠੀਕ ਹੈ ਜੀ। ਯੈਸ ਸਰ। ਯੈਸ ਸਰ। ਇੰਨਾ clear ਆ? Yes, sir.